ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀ ਹੋ। ਸਚੜਾ ਨਾਮ ਲਏ ਹਾਂ। ਰੋਵੈ ਬਿਰਹਾ ਤਨ ਕਾ। ਆਪਣਾ ਸਾਹਿਬ ਸੰਭਾਲੇ ਹਾਂ। ਆਵੋ ਮਿਲੋ ਸਹੇਲੀ ਹੋ। ਸਚੜਾ ਨਾਮ ਲਏ ਹਾਂ। ਰੋਵੈ ਬਿਰਹਾ ਤਨ ਕਾ। ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇਹ ਪੰਥ ਨਿਹਾਲੇਹ। ਆਸਾ ਪੇ ਉਥੈ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ। ਹੋਆ ਤਿਸੈ ਕਾ ਪਾਣਾ। ਜੋ ਤਿਨ ਕਰ ਪਾਇਆ ਸੋ ਆਗੈ ਆਇਆ। ਆਸੀ ਕੇ ਹੁਕਮ ਕਰੇਹਾ। ਆਵੋ ਮਿਲੋ ਸਹੇਲੀ ਹੋ। ਸਚੜਾ ਨਾਮ ਲਏਹਾ। ਮਰਨ ਨਾ ਮੰਦਾ ਲੋਕਾਂ ਆਖੀਐ। ਜੇ ਮਰ ਜਾਣਾ ਐਸਾ ਕੋਏ। ਸੇਵਿਓ ਸਾਹਿਬ ਸਮਰੱਥ ਆਪਣਾ। ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ। ਆਗੈ ਮਿਲੈ ਵਡਾਈ। ਭੇਟੈ ਸਿਉ ਜਾਵੋ ਸੱਚ ਸਮਾਵੋ। ਤਾਂ ਪਤ ਲਿਖੈ ਪਾਈ। ਮਹਿਲੀ ਜਾਏ ਪਾਵੋ ਖਸਮੈ ਪਾਵੋ। ਰੰਗ ਸਿਉ ਰਲਿਆ ਮਾਣੈ। ਮਰਨ ਨਾ ਮੰਦਾ ਲੋਕਾਂ ਆਖੀਐ। ਜੇ ਕੋਈ ਮਰ ਜਾਣੈ। ਮਰਨ ਮੁਨਸਾ ਸੂਰਿਆ ਹੱਕ ਹੈ। ਜੋ ਹੋਏ ਮਰਨ ਪਰਵਾਣੋ। ਸੂਰੇ ਸਈ ਆਗੈ ਆਖੀਐ। ਦਰਗਹ ਪਾਵੈ ਸਾਚੀ ਮਾਣੋ। ਦਰਗਹ ਮਾਣ ਪਾਵੈ ਪਤ ਸਿਉ ਜਾਵੈ। ਆਗੈ ਦੁਖ ਨਾ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵੈ।
ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣ ਜਾਣੋ। ਮਰਨ ਮੁਨਸਾਂ ਸੂਰਿਆ ਹੱਕ, ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਤਾਰਨ ਤਾਰੇ, ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੁਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਹੋ ਸੰਸਾਰੋ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ। ਮਹਾਰਾਜ ਜੀ ਦੀ ਸੰਗਤ, ਮਹਾਰਾਜ ਜੀ ਦੀ ਸ਼ੋਅ, ਮਹਾਰਾਜ ਜੀ ਦਾ ਪ੍ਰਕਾਸ਼ ਉਹਨਾਂ ਮਹਾਨ ਰੂਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਹੁੰਦੇ ਹੈ। ਇਸ ਕਰਕੇ ਚਾਹੇ ਕੋਈ ਆਨੇ ਬਹਾਨੇ ਹੀ ਵੀ ਰਸਤੇ ਤੋਂ ਲੰਘਦੇ ਸੀ, ਕੋਈ ਡਿਊਟੀ ਜਾਂਦਾ, ਜਾਂਦੇ ਸਮੇਂ ਆਉਂਦੇ ਸਮੇਂ ਕਿਸੇ ਵੀ ਤਰ੍ਹਾਂ ਵੀ ਅਗਰ ਕੋਈ ਮਹਾਰਾਜ ਜੀ ਦੀ ਹਜ਼ੂਰੀ 'ਚ ਨਮਸਕਾਰ ਕਰ ਰਿਹਾ ਕਿ ਤਾਂ ਉਹ ਜਿਹੜੀ ਬਿਉਂਤ ਹੈ, ਵਿਧ ਹੈ, ਉਹ ਚੰਗਿਆਂ ਭਾਗਾਂ ਦੀ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੀ ਬਣਾਈ ਹੋਈ ਹੈ। ਬਿਨਾਂ ਭਾਗਾਂ ਤੋਂ ਸਾਹਿਬ ਦੇ ਚਰਨਾਂ 'ਚ ਸੀਸ ਨਹੀਂ ਝੁਕਦਾ। ਬਿਨਾਂ ਭਾਗਾਂ ਤੋਂ ਸਾਹਿਬ ਦੀ ਸ਼ੋਅ ਪ੍ਰਾਪਤ ਨਹੀਂ ਹੁੰਦੀ। ਬਿਨਾਂ ਭਾਗਾਂ ਤੋਂ ਸੱਚੇ ਪਾਤਸ਼ਾਹ ਪ੍ਰਤੀ ਖਿੱਚ ਹਿਰਦੇ ਅੰਦਰ ਉਤਪੰਨ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਜੀ ਦੀ ਬਾਣੀ 'ਚ ਬਾਰ-ਬਾਰ ਬਚਨ ਕੀਤੇ ਨੇ, ਜਿਹੜੇ ਪ੍ਰਾਣੀ ਗੁਰੂ ਚਰਨਾਂ 'ਚ ਆਉਂਦੇ ਨੇ ਉਹ ਭਾਗਾਂ ਵਾਲੇ ਨੇ। ਅੱਜ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਨੇ। ਅਲਾਣੀਆਂ ਦੇ ਵਿੱਚੋਂ ਇਹ ਪਾਵਨ ਵਾਕ ਨੇ ਸਤਿਗੁਰਾਂ ਦੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਸਰੀਰ ਤਿਆਗ ਦੇ, ਉਹਦੇ ਸੰਸਕਾਰ ਤੋਂ ਬਾਅਦ, ਸੰਸਕਾਰ ਦੀ ਕਿਰਿਆ ਤੋਂ ਬਾਅਦ
ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਕੇ ਜਾਂ ਜਿੱਥੇ ਦਰਬਾਰ ਉਪਲਬਧ ਨਹੀਂ ਉੱਥੇ ਗੁਰਬਾਣੀ ਦੀ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਅਲਾਣੀਆਂ ਦਾ ਜਾਪ ਕੀਤਾ ਜਾਏ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਜ਼ਿੰਦਗੀ ਔਰ ਮੌਤ ਦੀ ਅਸਲੀਅਤ ਨੂੰ ਸਾਨੂੰ ਦੱਸਿਆ ਹੈ ਉਹਨੂੰ ਝੋਲੀ 'ਚ ਪਾ ਕੇ ਵਾਹਿਗੁਰੂ ਦੀ ਰਜ਼ਾ 'ਚ ਰਹਿ ਕੇ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਜਾਏ। ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਮੌਤ ਬਾਰੇ ਬਹੁਤ ਵਿਖਿਆਨ ਕੀਤਾ ਮਹਾਰਾਜ ਜੀ ਨੇ। ਇਹੀ ਆਖਿਆ ਬੰਦਾ ਵੱਡੀਆਂ ਵੱਡੀਆਂ ਟਾਰਾਂ ਮਾਰਦਾ ਰਹਿੰਦਾ, ਵੱਡੇ ਵੱਡੇ ਖਿਆਲ ਉਸਾਰਦਾ ਰਹਿੰਦਾ, ਵੱਡੇ ਵੱਡੇ ਕੰਮ ਵੀ ਕਰਦਾ ਰਹਿੰਦਾ, ਪਰ ਇਹਨੂੰ ਇਹ ਨਹੀਂ ਪਤਾ ਕਿ ਇਹਦਾ ਜਾਣਾ ਨਿਸ਼ਚਿਤ ਹੈ। ਜਿਸ ਦੁਨੀਆ ਦੇ ਵਿੱਚ ਰਹਿ ਰਿਹਾ ਇਹਦੀ ਆਪਣੀ ਨਹੀਂ ਹੈ, ਇਹ ਬੇਗਾਨੀ ਹੈ, ਇੱਕ ਮੁਸਾਫਰਖਾਨੇ ਵਾਂਗੂ ਹੈ। ਥੋੜੇ ਸਮੇਂ ਲਈ ਆਇਆ ਤੇ ਇੱਥੋਂ ਚਲਾ ਜਾਏਗਾ। ਕਈ ਵਾਰ ਜਦੋਂ ਮੌਤ ਦੇ ਵਿਸ਼ੇ ਤੇ ਗੱਲ ਹੁੰਦੀ ਹੈ ਸਾਡੇ ਮਨ 'ਚ ਖਿਆਲ ਪੈਦਾ ਹੋ ਜਾਂਦਾ ਵੀ ਸ਼ਾਇਦ ਮੌਤ ਦੀ ਗੱਲ ਕਰਕੇ ਡਰਾਇਆ ਜਾਂਦਾ ਹੈ ਧਰਮ ਗ੍ਰੰਥਾਂ ਦੁਆਰਾ। ਐਸਾ ਨਹੀਂ। ਸਾਡੀ ਜ਼ਿੰਦਗੀ ਦੀ ਅਸਲੀਅਤ ਜਦੋਂ ਸਾਡੀਆਂ ਅੱਖਾਂ ਦੇ ਅੱਗੇ ਸਭ ਕੁਝ ਹੁੰਦਿਆਂ ਸੁਣਦਿਆਂ ਦੇਖਦਿਆਂ ਸੰਸਾਰ ਨੂੰ ਜਾਂਦਿਆਂ ਦੇਖਦਿਆਂ ਵੀ ਅਗਿਆਨਤਾ ਦਾ ਪਰਦਾ ਪਿਆ ਰਹਿੰਦਾ ਹੈ, ਉਹ ਪਰਦੇ ਨੂੰ ਉਤਾਰਨ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਂ ਜਿੰਨੇ ਵੀ ਧਰਮ ਗ੍ਰੰਥ ਨੇ ਉਹਨਾਂ ਨੇ ਮੌਤ ਦਾ ਜਿਹੜਾ ਗਿਆਨ ਹੈ ਇਸ ਜੀਵ ਨੂੰ ਕਰਾਉਣਾ, ਇਸ ਜੀਵ ਦੇ ਅੱਖਾਂ ਨੂੰ ਖੋਲ੍ਹਣਾ, ਇਹਨੂੰ ਦਿਖਾਉਣਾ ਵੀ ਦੇਖ ਤੇਰਾ ਫਿਊਚਰ ਕੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮੁੱਖ ਮੰਤਵ ਹੁੰਦਾ ਹੈ, ਨਾ ਕਿ ਡਰਾਉਣਾ, ਸਿਰਫ ਅਸਲੀਅਤ ਚੇਤੇ ਕਰਾਉਣਾ। ਜਿਹਨੂੰ ਆਪਣੇ ਸਰੀਰ ਦੀ ਅਸਲੀਅਤ ਚੇਤੇ ਰਹਿੰਦੀ ਹੈ ਉਹ ਕਦੇ ਅਤਿਆਚਾਰ ਨਹੀਂ ਕਰਦਾ, ਉਹ ਕਦੇ ਠੱਗੀ ਠੋਰੀ ਨਹੀਂ ਕਰਦਾ, ਉਹ ਕਦੇ ਜ਼ੁਲਮ ਨਹੀਂ ਕਰਦਾ। ਉਹਦੇ ਸੁਭਾਅ ਦੇ ਵਿੱਚ ਤੇ ਇੱਕ ਸਥਿਰ ਸਰੀਰ ਨੂੰ ਮੰਨਣ ਵਾਲੇ ਦੇ ਸੁਭਾਅ ਦੇ ਵਿੱਚ ਅੰਤਰ ਹੁੰਦਾ ਹੈ। ਮਹਾਰਾਜ ਜੀ ਇਸੇ ਲਈ ਸਿਰਫ ਸਾਨੂੰ ਬੋਧ ਕਰਾ ਕੇ ਵਾਹਿਗੁਰੂ ਦੇ ਔਰ ਇਨਸਾਨੀਅਤ ਦੇ ਮਾਰਗ ਤੇ ਤੋਰਨਾ ਚਾਹੁੰਦੇ ਹੈ। ਕਿਉਂਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ 'ਚ ਇੱਕ ਵਧੀਆ ਇਨਸਾਨ ਨਹੀਂ ਬਣ ਸਕਿਆ ਉਹ ਰੱਬ ਦਾ ਭਗਤ ਕਦੇ ਵੀ ਨਹੀਂ ਬਣ ਸਕਦਾ। ਜਿਹੜਾ ਇਨਸਾਨ ਹੀ ਨਹੀਂ ਹੈ ਤੇ ਇੱਕ ਸੰਪੂਰਨ ਇਨਸਾਨ ਨਹੀਂ ਹੈ ਤੇ ਉਹ ਸੰਪੂਰਨ ਭਗਤ ਕਿਵੇਂ ਬਣ ਸਕਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮੌਤ ਦਾ ਗਿਆਨ ਕਰਾ ਕੇ, ਭਾਵ ਮੌਤ ਦਾ ਭਾਵ ਹੈ ਜ਼ਿੰਦਗੀ ਦੀ ਅਸਲੀਅਤ, ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਕਰਾ ਕੇ ਸਾਨੂੰ ਇਨਸਾਨੀਅਤ ਔਰ ਵਾਹਿਗੁਰੂ ਦੇ ਮਾਰਗ ਤੇ ਤੋਰਨਾ ਹੈ। ਆਓ ਅੱਜ ਦੇ ਸ਼ਬਦ ਰਾਹੀਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੱਸ ਰਹੇ ਹੈ ਕਿ ਜਿਉਣਾ ਕਿਹੜਾ ਪ੍ਰਵਾਨ ਹੈ, ਮਰਨਾ ਕਿਹੜਾ ਪ੍ਰਵਾਨ ਹੈ। ਜਦੋਂ ਕੋਈ ਜੀਵ ਚੜ੍ਹਾਈ ਕਰ ਜਾਂਦਾ ਤਾਂ ਸਾਰਾ ਸੰਸਾਰ ਰੋਂਦਾ ਹੈ। ਮਹਾਰਾਜ ਕਹਿੰਦੇ ਰੋਣਾ ਵੀ ਪ੍ਰਵਾਨ ਹੋ ਜਾਂਦਾ। ਕਿਹੜਾ ਰੋਣਾ ਪ੍ਰਵਾਨ ਹੁੰਦਾ ਹੈ? ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਸ਼ਬਦ ਰਾਹੀਂ ਦੱਸ ਰਹੇ ਨੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਰੋ ਧਿਆਨ। ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ।
ਵਡਹੰਸ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਔਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਾਣੀ ਦਾ ਮ੍ਰਿਤਕ ਸੰਸਕਾਰ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਜਾਪ ਕਰਨ ਦਾ ਹੁਕਮ ਕੀਤਾ ਹੋਇਆ। ਆਵਹੋ ਮਿਲੋ ਸਹੇਲਿਓ ਸਚੜਾ ਨਾਮ ਲਏ ਹਾਂ। ਮਹਾਰਾਜ ਜੀ ਕਹਿੰਦੇ ਆਵਹੋ ਮਿਲਹੋ ਸਹੇਲਿਓ, हे ਸੰਤ हे ਮਹਾਪੁਰਸ਼ ਰੂਪ ਸਹੇਲਿਓ, ਸੰਗਤ ਰੂਪ ਸਖੀਓ, ਆਓ ਆਪਾਂ ਸਾਰੇ ਮਿਲ ਕੇ ਉਸ ਸੱਚੇ ਵਾਹਿਗੁਰੂ ਦਾ ਨਾਮ ਲਈਏ। ਹੁਣ ਸੱਚੇ ਦਾ ਨਾਮ ਲੈਣ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂ ਕੀਤੀ ਹੈ? ਕਿਉਂਕਿ ਜਿਸ ਪ੍ਰਾਣੀ ਦੇ ਵਿਛੜ ਜਾਣ ਦੇ ਉੱਤੇ ਇਹ ਜਾਪ ਕੀਤਾ ਜਾਂਦਾ ਹੈ, ਜਿਹਦੀ ਯਾਦ 'ਚ ਪ੍ਰਾਣੀ ਬੈਠੇ ਹੁੰਦੇ ਹੈ, ਉਹਦਾ ਨਾਮ ਵੀ ਕੁਝ ਸਮੇਂ ਲਈ ਸੱਚਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲੇਕਿਨ ਅੱਜ ਬਿਨਸ ਗਿਆ। ਜਿਹੜੀ ਚੀਜ਼ ਬਿਨਸ ਜਾਏ ਉਹ ਸੱਚੀ ਨਹੀਂ ਹੁੰਦੀ। ਜਿਹੜਾ ਨਾਮ ਖਤਮ ਹੋ ਜਾਏ, ਭਾਵ ਨਾਮ ਵਾਲੇ ਦੀ ਹੋਂਦ ਨਾ ਰਹੇ। ਜਦੋਂ ਨਾਮ ਵਾਲੇ ਦੀ ਹੋਂਦ ਨਾ ਰਹੀ, ਨਾਮ ਆਪਣੇ ਆਪ ਝੂਠਾ ਹੋ ਜਾਂਦਾ ਹੈ। ਔਰ ਨਾਮ ਵਾਲੀਆਂ ਪ੍ਰਮਾਤਮਾ ਤੋਂ ਬਿਨਾਂ ਜਿੰਨੀਆਂ ਵੀ ਵਸਤੂਆਂ ਨੇ ਪ੍ਰਕਿਰਤੀ ਦੇ ਅੰਦਰ, ਇੱਕ ਦਿਨ ਸਭ ਦੀ ਹੋਂਦ ਖਤਮ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨੇ ਵੀ ਨਾਮ ਨੇ ਸੰਸਾਰ ਦੇ ਉੱਤੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਨਾਮ ਝੂਠੇ ਨੇ। ਝੂਠਿਆਂ ਨਾਮਾਂ ਦੇ ਵਿੱਚ ਫਸ ਕੇ, ਝੂਠੇ ਸੰਸਾਰ 'ਚ ਫਸ ਕੇ ਆਪਣਾ ਜੀਵਨ ਬਰਬਾਦ ਕਰਨ ਨਾਲੋਂ ਚੰਗਾ ਹੈ ਮਹਾਰਾਜ ਜੀ ਕਹਿੰਦੇ ਆਓ ਸੱਚੜਾ ਨਾਮ ਲਏ ਹਾਂ। ਉਹ ਸਦਾ ਰਹਿਣ ਵਾਲਾ ਜਿਹੜਾ ਨਾਮ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ, ਗਾਂ ਵੀ ਰਹੇਗਾ, ਉਹਦਾ ਨਾਮ ਲਈਏ, ਉਹਦਾ ਨਾਮ ਜਪੀਏ। ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਮਹਾਰਾਜ ਜੀ ਕਹਿੰਦੇ ਇੱਕ ਸਰੀਰ ਵਿਛੜ ਗਿਆ, ਉਹਦੇ ਵਿਛੋੜੇ ਨੂੰ ਲੈ ਕੇ ਰੋ ਰਹੇ ਹੋ, ਤੇ ਜਿਹੜਾ ਤੁਸੀਂ ਪਤਾ ਨਹੀਂ ਕਿਤਨੇ ਜਨਮਾਂ ਦੇ ਵਾਹਿਗੁਰੂ ਦੇ ਨਾਲੋਂ ਵਿਛੜੇ ਹੋਏ ਹੋ, ਜਿਹੜਾ ਤੁਹਾਡਾ ਵਿਛੋੜਾ ਪਿਆ ਪ੍ਰਮਾਤਮਾ ਦੇ ਨਾਲੋਂ, ਉਹਦੇ ਮਿਲਾਪ ਲਈ ਕਦੋਂ ਰੋਵੋਗੇ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਰਵਿਦਾਸ ਜੀ, ਉਹਨਾਂ ਦਾ ਬਚਨ ਹੈ, ਪਿਆਰੇ ਭਗਤ ਜੀ ਬਚਨ ਕਰਦੇ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਹਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਭਗਤ ਜੀ ਕਹਿੰਦੇ ਮਹਾਰਾਜ ਬੜੇ ਜਨਮਾਂ ਦੇ ਵਿਛੜੇ ਆ, ਕਿਰਪਾ ਕਰੋ, ਚਿਰ ਹੋ ਗਿਆ ਤੁਹਾਡੇ ਦਰਸ਼ਨ ਨਹੀਂ ਹੋਏ, ਹੁਣ ਦਰਸ਼ਨ ਬਖਸ਼ ਦਿਓ। ਕਿਉਂਕਿ ਵਾਹਿਗੁਰੂ ਦੇ ਦਰਸ਼ਨ ਸदैव ਕਾਲ ਲਈ ਜੰਮਣ ਮਰਨ ਤੋਂ, ਜੁਨੀਆਂ ਤੋਂ, ਦੁੱਖਾਂ ਤਕਲੀਫਾਂ ਤੋਂ ਮੁਕਤੀ ਹੈ। ਵਾਹਿਗੁਰੂ ਦੇ ਦਰਸ਼ਨ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ। ਮਹਾਰਾਜ ਜੀ ਕਹਿੰਦੇ ਰੋਵੋ ਭਾਈ, ਇਸ ਲਈ ਵੈਰਾਗ ਕਰੋ, ਵੈਰਾਗ ਤੜਫ ਪੈਦਾ ਕਰੋ ਅੰਦਰ, ਕਿ ਅਸੀਂ ਜਿਸ ਪਰਮ ਤੱਤ ਤੋਂ ਵਿਛੜੇ ਹਾਂ ਤੇ ਵਿਛੜ ਕੇ ਵਾਰ-ਵਾਰ ਜੰਮ ਰਹੇ ਹਾਂ, ਵਾਰ-ਵਾਰ ਮਰ ਰਹੇ ਹਾਂ, ਕਿ ਉਹਦਾ ਮਿਲਾਪ ਹੋ ਜਾਏ, ਉਹਦੀ ਪ੍ਰਾਪਤੀ ਹੋ ਜਾਏ। ਮਹਾਰਾਜ ਜੀ ਕਹਿੰਦੇ ਤੁਧੋਂ ਭੁੱਲੇ ਸੇ ਜਮ ਜਮ ਮਰਦੇ। ਵਾਹਿਗੁਰੂ ਜੀ ਤੁਹਾਡੇ ਤੋਂ ਜਿਹੜੇ ਜੀਵ ਭੁੱਲ ਜਾਂਦੇ ਆ ਨਾ, ਉਹ ਵਾਰ-ਵਾਰ ਜੰਮਦੇ ਐ, ਵਾਰ-ਵਾਰ ਮਰਦੇ ਐ। ਮਹਾਰਾਜ ਜੀ ਕਹਿੰਦੇ ਯਾਦ ਕਰੋ ਆਪਣੇ ਵਿਛੋੜੇ ਨੂੰ, ਕਿ ਕਿੰਨਿਆਂ ਯੁੱਗਾਂ ਦਾ ਇਹ ਵਿਛੋੜਾ ਹੈ।
ਇਸ ਵਿਛੋੜੇ ਨੂੰ ਚੇਤੇ ਕਰੋ, ਵੈਰਾਗ ਪੈਦਾ ਕਰੋ, ਤੜਫ ਪੈਦਾ ਕਰੋ ਉਸ ਮਾਲਕ ਦੇ ਮਿਲਾਪ ਦੀ। ਇਹ ਸਰੀਰਾਂ ਦੇ ਵਿਛੋੜੇ ਇਹ ਤਾਂ ਪੈਂਦੇ ਆਏ ਆ, ਪੈਂਦੇ ਰਹਿਣੇ ਆ। ਇਹ ਪ੍ਰਕਿਰਿਆ ਇੱਕ ਐਸੀ ਹੈ, ਇਹਨੂੰ ਕੋਈ ਨਹੀਂ ਰੋਕ ਸਕਦਾ। ਸਰੀਰਾਂ ਦੀ ਉਤਪੱਤੀ ਦੀ ਪ੍ਰਕਿਰਿਆ, ਵਿਨਾਸ਼ ਦੀ ਪ੍ਰਕਿਰਿਆ। ਇਹ ਜਿਵੇਂ ਸੰਸਾਰ ਦੇ ਉੱਤੇ ਬਨਸਪਤੀ ਪੈਦਾ ਹੁੰਦੀ ਰਹਿੰਦੀ ਹੈ, ਖਤਮ ਹੁੰਦੀ ਰਹਿੰਦੀ ਹੈ, ਇੱਦਾਂ ਹੀ ਸਰੀਰ ਪੈਦਾ ਹੁੰਦੇ ਰਹਿੰਦੇ ਆ, ਖਤਮ ਹੁੰਦੇ ਰਹਿੰਦੇ, ਆਪਣੇ ਆਪ ਚੱਲ ਰਿਹਾ ਹੈ। ਕੋਈ ਵੀ ਜੰਮਿਆ ਹੀ ਨਹੀਂ ਹੈ ਅੱਜ ਤੱਕ ਇਸ ਸਰਕਲ ਨੂੰ ਵਿੰਗਾ ਟੇਢਾ ਕਰ ਦਵੇ, ਰੋਕ ਲਵੇ, ਬਦਲ ਦਵੇ, ਕੁਛ ਵੀ ਕਰ ਦਵੇ। ਹਾਂਜੀ। ਸਾਹਿਬ ਸੰਭਾਲਿਹ ਪੰਥ ਨਿਹਾਲਿਹ, ਅਸਾ ਭੇ ਉਥੈ ਜਾਣਾ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਜਪੋ ਤੇ ਉਹ ਮਾਰਗ ਦੇਖੋ ਜਿਹੜਾ ਵਾਹਿਗੁਰੂ ਦੇ ਘਰ ਨੂੰ ਜਾਂਦਾ ਹੈ, ਤੇ ਆਸ ਰੱਖੋ ਅਸੀਂ ਵੀ ਜਾਣਾ ਹੈ ਉੱਥੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਘਰ ਦੇ ਵਿੱਚ ਰੱਬ ਦੇ ਪਿਆਰੇ ਜਾਂਦੇ ਐ, ਅਸੀਂ ਵੀ ਉੱਥੇ ਜਾਣਾ ਇੱਕ ਦਿਨ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਜਪੋ, ਇਹੀ ਵਾਹਿਗੁਰੂ ਦੇ ਘਰ ਨੂੰ ਜਾਣ ਦਾ ਮਾਰਗ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਅਰਦਾਸ ਕਰੋ ਮਹਾਰਾਜ ਅਸਾਂ ਪੇ ਉੱਥੇ ਜਾਣਾ, ਅਸੀਂ ਵੀ ਉੱਥੇ ਜਾਣਾ ਹੈ ਜਿੱਥੇ ਜਾ ਕੇ ਮੁੜ ਕੇ ਨਾ ਜੰਮਣਾ ਹੈ, ਨਾ ਮਰਨ ਹੈ, ਨਾ ਆਉਣਾ ਹੈ, ਨਾ ਜਾਣ ਹੈ। ਸਦਾ ਲਈ ਮਹਾਰਾਜ ਤੁਹਾਡੇ ਚਰਨਾਂ 'ਚ ਨਿਵਾਸ ਹੈ। ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਉਹ ਨਾਮ ਦਿਓ, ਉਹ ਮਾਰਗ ਦਿਓ ਜਿਹੜਾ ਆਪ ਜੀ ਦੇ ਦਰਬਾਰ ਨੂੰ ਜਾਂਦਾ ਹੈ। ਹਾਂਜੀ। ਜਿਸ ਕਾ ਕੀਆ ਤਿਨ ਹੀ ਲਿਆ, ਹੋਆ ਤਿਸੈ ਕਾ ਪਾਣਾ। ਮਹਾਰਾਜ ਜੀ ਕਹਿੰਦੇ ਭਾਈ ਇਹ ਸਰੀਰ ਜਿਸ ਵਾਹਿਗੁਰੂ ਨੇ ਦਿੱਤਾ ਹੈ ਉਹੀ ਲੈ ਲੈਂਦਾ ਹੈ, ਇਹ ਉਹਦੀ ਰਜ਼ਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮ੍ਰਿਤਕ ਦੇ ਸੰਬੰਧ 'ਚ ਇਕੱਠੇ ਹੋਏ ਹੋ, ਵਾਹਿਗੁਰੂ ਦਾ ਨਾਮ ਜਪੋ, ਉਹ ਮਾਰਗ ਦੇਖੋ ਜਿਸ ਮਾਰਗ ਪ੍ਰਾਣੀ ਚਲਾ ਗਿਆ। ਜੇ ਨਾਮ ਨਹੀਂ ਜਪਾਂਗੇ ਅਸਾਂ ਪੇ ਉੱਥੇ ਜਾਣਾ, ਅਸੀਂ ਵੀ ਉੱਥੇ ਹੀ ਜਾਣਾ ਪੈਣਾ, ਸਾਨੂੰ ਵੀ ਉੱਥੇ ਹੀ ਜਾਣਾ ਪੈਣਾ। ਤੇ ਜੋ ਹੋਇਆ ਉਹ ਵਾਹਿਗੁਰੂ ਦੀ ਰਜ਼ਾ 'ਚ ਹੀ ਹੋਇਆ, ਉਹਦੀ ਰਜ਼ਾ ਤੋਂ ਬਾਹਰ ਨਹੀਂ ਹੈ। ਵਾਹਿਗੁਰੂ ਦੀ ਰਜ਼ਾ ਕੀ ਹੈ? ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰਿਸ਼ਟੀ ਸਾਜਦੇ ਆ ਨਾ, ਸ੍ਰਿਸ਼ਟੀ ਦੇ ਸਾਜਣ ਵੇਲੇ ਹੀ ਆਪਣਾ ਹੁਕਮ ਰੱਖ ਦਿੰਦੇ ਆ ਵਿੱਚ ਸ੍ਰਿਸ਼ਟੀ ਦੇ। ਬਸ ਉਹ ਹੁਕਮ ਇੱਕੋ ਹੀ ਹੁਕਮ ਜੁਗਾਂ ਜੁਗਾਂਤਰਾਂ ਤੱਕ ਚੱਲਦਾ ਰਹਿੰਦਾ, ਸਭ ਕੁਝ ਉਹਦੇ ਵਿੱਚ ਹੀ ਆ ਜਾਂਦਾ ਹੈ। ਸਾਡੇ ਵਾਂਗੂ ਉਹਨੂੰ ਵੱਡੇ ਵੱਡੇ ਲੇਖੇ ਜੋਖੇ ਨਹੀਂ ਤਿਆਰ ਕਰਨੇ ਪੈਂਦੇ, ਉਹਦੇ ਇੱਕ ਹੁਕਮ ਦੇ ਵਿੱਚ ਹੀ। ਮਰ ਕਹਿੰਦੇ ਕੀਤਾ ਪਸਾਓ ਏਕੋ ਗਵਾਓ, ਤਿਸਤੇ ਹੋਏ ਲੱਖ ਦਰਿਆਓ। ਕਹਿੰਦੇ ਇੱਕੋ ਹੀ ਹੁਕਮ ਕਰਦਾ ਉਹ ਇੱਕੋ ਹੀ ਹੁਕਮ, ਉਹੀ ਭਾਣਾ, ਉਹੀ ਰਜ਼ਾ, ਉਹਦੇ 'ਚ ਹੀ ਸਭ ਕੁਝ ਹੋ ਜਾਂਦਾ ਹੈ। ਐਡਾ ਵੱਡਾ ਹੈ ਉਹ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਹੜਾ ਉਹਦਾ ਹੁਕਮ ਹੈ, ਜਿਹੜੀ ਉਹਨੇ ਖੇਡ ਬਣਾਈ ਹੈ, ਜੀਵ ਕਰਮ ਕਰਦਾ ਹੈ, ਕਰਮਾਂ ਦੇ ਅਨੁਸਾਰ ਉਹਦੀ ਪਰਾਲਬਧ ਬਣਦੀ ਹੈ। ਪਰਾਲਬਧ ਜਿਨ੍ਹਾਂ ਕਰਮਾਂ ਤੋਂ ਇਹ ਸਰੀਰ ਬਣਦਾ ਹੈ। ਵੈਲਿਡਿਟੀ ਨੇ ਕਰਮ ਜਿਹੜੇ ਇਸ ਸਰੀਰ ਦੀ ਜਦੋਂ ਮੁੱਕ ਜਾਂਦੇ ਹੈ, ਆਪਣੇ ਆਪ ਇਹ ਸਰੀਰ ਮੁੱਕ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਵਾਹਿਗੁਰੂ ਦਾ ਭਾਣਾ ਮੰਨੋ ਭਾਈ ਤੁਸੀਂ। ਹਾਂਜੀ। ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰਿਆ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਜੀਵ ਨੇ ਕਰਮ ਕੀਤਾ ਸੀ, ਜਿਹੋ ਜਿਹੇ ਉਹਨੇ ਕਰਮ ਕੀਤੇ ਸੀ, ਉਹੋ ਜਿਹੇ ਉਹਨੇ ਪ੍ਰਾਪਤ ਕੀਤੇ ਆ। ਉਹੋ ਜਿਹਾ ਉਹਨੂੰ ਜਨਮ ਮਿਲਿਆ, ਉਹੋ ਜਿਹੀ ਉਹਨੂੰ ਜੂਨ ਮਿਲੀ ਹੈ, ਉਨਾ ਕੁ ਉਹਨੂੰ ਜੀਵਨ ਮਿਲਿਆ। ਸਾਰਾ ਕੁਝ ਉਨਾ ਕੀ ਮਿਲਿਆ ਜਿੰਨਾ ਕੁ ਉਹਨੇ ਕੀਤਾ ਸੀ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕਰਨ ਤੋਂ ਪਹਿਲੇ ਸੋਚ ਲਿਆ ਕਰੋ
ਕੀ ਕਰ ਰਹੇ ਹਾਂ, ਇਹਦਾ ਫਲ ਕੀ ਹੋਏਗਾ। ਕਿਸੇ ਨੂੰ ਦੁਖੀ ਕਰਨ ਤੋਂ ਪਹਿਲੇ ਸੋਚ ਲਿਆ ਕਰੋ, ਕਿਸੇ ਦਾ ਹੱਕ ਮਾਰਨ ਤੋਂ ਪਹਿਲੇ ਸੋਚ ਲਿਆ ਕਰੋ, ਨਜਾਇਜ਼ ਕਿਸੇ ਦੇ ਨਾਲ ਕਰਨ ਤੋਂ ਪਹਿਲੇ ਸੋਚ ਲਿਆ ਕਰੋ। ਇਹ ਅੱਗੇ ਆਉਣਾ ਹੈ, ਤੇ ਜਦੋਂ ਅੱਗੇ ਆਏਗਾ ਫਿਰ ਚੱਲਣਾ ਔਖਾ ਹੋ ਜਾਂਦਾ ਹੈ, ਕਿਉਂਕਿ ਬੰਦਾ ਕਰਮ ਕਰਦਾ ਨਹੀਂ ਸੋਚਦਾ, ਪਰ ਜਦੋਂ ਫਲ ਮਿਲਦਾ ਫਿਰ ਫਲ ਐਸਾ ਮਿਲਦਾ ਨਾ, ਫਿਰ ਚਿੱਕਾਂ ਨਹੀਂ ਚੱਲੀਆਂ ਜਾਂਦੀਆਂ ਬੰਦੇ ਦੀਆਂ, ਫਿਰ ਰੋਂਦਾ ਤੜਫਦਾ। ਕਿਹੋ ਕਿਹੋ ਜਿਹੇ ਕਰਮ ਇਸ ਸਰੀਰ ਦੇ ਵਿੱਚ ਰਹਿ ਕੇ ਬੰਦਾ ਕਰਦਾ, ਫਿਰ ਜਦੋਂ ਫਲ ਭੋਗਣਾ ਪੈਂਦਾ ਫਿਰ ਚੱਲਣਾ ਬੰਦੇ ਨੂੰ ਹੀ ਪੈਂਦਾ। ਉਹ ਕਿਸੇ ਵੀ ਰੂਪ 'ਚ ਹੋ ਜਾਂਦਾ, ਬੰਦਾ ਤੁਰਿਆ ਜਾਂਦਾ, ਡਿੱਗਿਆ ਚੂਲਾ ਟੁੱਟ ਗਿਆ। ਹੁਣ ਦੇਖੋ, ਜਦੋਂ ਬੰਦੇ ਦਾ ਚੂਲਾ ਟੁੱਟ ਗਿਆ, ਸਾਰੀ ਜ਼ਿੰਦਗੀ ਲਈ ਅਪਾਹਜ ਹੋ ਗਿਆ। ਫਿਰ ਜਿਹੜਾ ਦਰਦ ਚੱਲਿਆ, ਆਪਰੇਸ਼ਨ ਚੱਲੇ, ਕਿੰਨਾ ਕੁਝ ਚੱਲਿਆ, ਉਹ ਵੱਖਰਾ। ਕਰਨ ਵੇਲੇ ਨਹੀਂ ਬੰਦਾ ਸੋਚਦਾ, ਤੇ ਜਦੋਂ ਉਹਦਾ ਫਲ ਭੋਗਦਾ ਫਿਰ ਉਹ ਕਈ ਮਹੀਨੇ ਮੰਜੇ ਤੇ ਪਿਆ, ਤੜਫ ਰਿਹਾ, ਦੁੱਖ ਚੱਲ ਰਿਹਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਕਰਨ ਵੇਲੇ ਸੋਚਿਆ ਕਰੋ, ਰੱਬ ਤੋਂ, ਪ੍ਰਮਾਤਮਾ ਤੋਂ ਡਰਿਆ ਕਰੋ, ਨਹੀਂ ਤਾਂ ਜੋ ਤੁਸੀਂ ਕਰੋਗੇ ਉਹ ਤੁਹਾਨੂੰ ਅਵਸ਼ ਮਿਲੇਗਾ। ਉਹਦੇ ਤੋਂ ਭੱਜ ਨਹੀਂ ਸਕਦੇ, ਕਦੇ ਵੀ ਨਹੀਂ ਭੱਜ ਸਕਦੇ। ਸਭ ਧਰਮ ਗ੍ਰੰਥ ਇਹ ਗੱਲ ਕਹਿੰਦੇ ਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ। ਇਸ ਹੱਥ ਨਾਲ ਕਰੋ, ਇਹਦੇ ਨਾਲ ਭੋਗੋਗੇ, ਕਿਤੇ ਵੀ ਨਹੀਂ ਜਾ ਸਕਦੇ। ਕੋਈ ਨਾ ਪਕੜਿਆ ਕਿਸੇ ਥਾਏ। ਮਰ ਕਹਿੰਦੇ ਕਿਸੇ ਨੂੰ ਕਿਸੇ ਦੀ ਥਾਂ ਤੇ ਨਹੀਂ ਫੜਿਆ ਜਾਣਾ, ਜੋ ਕਰੋਗੇ ਉਹ ਭਰੋਗੇ, ਉਹ ਭਰਨਾ ਪੈਣਾ। ਮਰ ਕਹਿੰਦੇ ਅਸਾਂ ਕਿ ਹੁਕਮ ਕਰੇ ਹਾਂ, ਅਸੀਂ ਕੀ ਵਾਹਿਗੁਰੂ ਨੂੰ ਹੁਕਮ ਕਰ ਸਕਦੇ ਹਾਂ। ਜਦੋਂ ਬੰਦਾ ਆਪਣੀ ਪਰਾਲਬਧ ਲੈ ਕੇ ਆਇਆ ਤੇ ਪਰਾਲਬਧ ਮੁੱਕਣ ਦਾ ਵਿਧਾਨ ਹੈ, ਹੁਕਮ ਹੈ ਵਾਹਿਗੁਰੂ ਦਾ, ਉਹ ਮੁੱਕ ਗਈ ਹੈ ਉਹਦੇ ਹੁਕਮ ਦੇ ਵਿੱਚ। ਹੁਣ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਕਹਿ ਸਕਦੇ ਹਾਂ, ਕੋਈ ਕੀ ਕਰ ਸਕਦਾ। ਹਾਂਜੀ, ਆਵੋ ਮਿਲੋ ਸਹੇਲਿਓ ਸਚੜਾ ਨਾਮ ਲਏ ਹਾਂ। ਮਹਾਰਾਜ ਜੀ ਕਹਿੰਦੇ ਆਓ ਗੁਰਮੁਖੋ ਪਿਆਰਿਓ, ਆਪਾਂ ਸੱਚੇ ਦਾ ਨਾਮ ਲਈਏ। ਆਪਾਂ ਉਹਦਾ ਨਾਮ ਹੀ ਲੈ ਸਕਦੇ ਹਾਂ। ਉਹਦਾ ਨਾਮ ਜਦੋਂ ਅਸੀਂ ਸਾਧ ਸੰਗਤ ਜੀ ਕਿਸੇ ਪ੍ਰਾਣੀ ਦੇ ਨਿਮਿਤ ਕਰਮ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਬੈਠ ਕੇ ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ, ਤਾਂ ਉਹਨੂੰ ਸੁਹੇਲਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਪ੍ਰਾਣੀ ਰੋਂਦੇ ਹੈ, ਜਿੰਨਾ ਬਿਰਲਾਪ ਹੁੰਦਾ ਹੈ, ਉਨਾ ਪ੍ਰਾਣੀ ਨੂੰ ਤੰਗੀ ਹੁੰਦੀ ਹੈ। ਔਰ ਜਿੰਨਾ ਉਹਦੇ ਨਿਮਿਤ ਨਾਮ ਜਪਿਆ ਜਾਂਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਸਿਮਰਨ ਔਰ ਕੀਰਤਨ ਕੀਤਾ ਜਾਂਦਾ, ਉਨਾ ਸੁਹੇਲਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਆਓ ਆਪਾਂ ਨਾਮ ਜਪੀਏ, ਨਾਲੇ ਆਪਣਾ ਸੁਹੇਲਾ ਕਰੋ, ਕਿਉਂਕਿ ਇਹ ਦਿਨ ਹਰ ਇੱਕ ਤੇ ਆਇਆ ਹੀ ਖਲੋਤਾ ਹੈ। ਜਿਹੜਾ ਬੰਦਾ ਅੱਜ 60 ਸਾਲਾਂ ਦਾ ਨਾ, ਬੰਦੇ ਨੂੰ ਐਂ ਲੱਗਦਾ ਵੀ ਮੈਂ ਜ਼ਿੰਦਗੀ 'ਚ ਬੜਾ ਸਟਰਗਲ ਕੀਤਾ ਹੈ। ਪਰ ਐਂ ਦੱਸੋ ਅੱਜ ਉਹ 60 ਸਾਲ ਕਿਵੇਂ ਲੱਗਦੇ? ਐਂ ਲੱਗਦਾ ਜਿਵੇਂ ਇੱਕ ਸੁਪਨਾ ਹੋਵੇ। ਜਿਹਦੀ 40 ਸਾਲ ਉਮਰ ਹੈ ਉਹਨੂੰ ਵੀ ਐਂ ਲੱਗਦਾ ਜਿਵੇਂ 40 ਸਾਲ ਕਿੱਥੇ ਗਏ। ਮਹਾਰਾਜ ਜੀ ਕਹਿੰਦੇ ਜਿਵੇਂ 60 ਸਾਲ 40 ਸਾਲ ਸੁਪਨਾ ਲੱਗਦੇ ਨੇ ਨਾ, ਪਤਾ ਨਹੀਂ ਕਿੱਥੇ ਗਏ, ਉੱਦਾਂ ਹੀ ਜਿੱਦਣ ਆਖਰੀ ਸਵਾਸ ਆਏਗਾ ਸਾਰੀ ਜ਼ਿੰਦਗੀ ਸੁਪਨਾ ਲੱਗੇਗੀ, ਕਿੱਥੇ ਗਈ। ਫਿਰ ਮਹਾਰਾਜ ਜੀ ਕਹਿੰਦੇ ਪੱਲੇ ਕੁਛ ਨਹੀਂ ਰਹਿਣਾ। ਇਸ ਕਰਕੇ ਆਓ, ਥੋੜੇ ਤੋਂ ਥੋੜਾ ਸਮਾਂ ਕੱਢੋ, ਬਹੁਤੇ ਚੋਂ ਬਹੁਤਾ ਕੱਢੋ, ਵਾਹਿਗੁਰੂ ਦਾ ਨਾਮ ਜਪੋ। ਪਹਿਲਾਂ ਸ਼ੁਰੂਆਤ 'ਚ ਔਖਾ ਲੱਗਦਾ ਹੈ, ਪਰ ਜਿਉਂ-ਜਿਉਂ ਕੋਈ ਜਪਦਾ, ਜਦੋਂ ਜਪਦੇ ਹੋ ਅੱਖਾਂ ਬੰਦ ਕਰਕੇ ਬਹਿ ਕੇ ਸਤਨਾਮ ਸ੍ਰੀ ਵਾਹਿਗੁਰੂ ਨਾਲੇ ਜ਼ੁਬਾਨ ਤੋਂ ਕਹੋ, ਨਾਲੇ ਕੰਨਾਂ ਨਾਲ ਸੁਣੋ। 10-15 ਦਿਨ 15 ਮਿੰਟ ਕਰਕੇ ਦੇਖੋ, ਜਿਹੜੀ ਦਿਮਾਗ ਦੀ ਥਕਾਨ ਹੈ ਉਹ ਲੈਣੀ ਸ਼ੁਰੂ ਹੋ ਜਾਏਗੀ।
ਜਿਹਦੇ ਦਿਮਾਗ ਤੇ ਕੋਈ ਸਟ੍ਰੈਸ ਹੈ ਉਹ ਵੀ ਲੈਣਾ ਸ਼ੁਰੂ ਹੋ ਜਾਏਗਾ ਤੇ ਸ਼ਾਂਤੀ ਮਿਲੇਗੀ, ਆਪਣੇ ਆਪ ਬੈਠਣਾ ਸ਼ੁਰੂ ਕਰ ਦੋਗੇ। ਕਿਉਂਕਿ ਨਾਮ ਜਪਣ ਦੀ ਵਿਧੀ ਜਿਹੜੀ ਹੈ ਉਹ ਜਦੋਂ ਸਾਡੀ ਸਹੀ ਨਹੀਂ ਹੁੰਦੀ, ਫਿਰ ਅਸੀਂ ਕਹਿੰਦੇ ਆ ਸਕੂਨ ਟਿਕਾ, ਰਸ ਤਾਂ ਬਣਦਾ ਨਹੀਂ। ਰਸ ਕੀ ਬਣਨਾ ਹੈ? ਗੱਡੀ ਚਲਾ ਰਹੇ ਆ, ਨਾਲ ਨਿਤਨੇਮ ਕਰ ਰਹੇ ਆ, ਦੌੜੇ ਭੱਜੇ ਜਾ ਰਹੇ ਆ, ਨਾਮ ਜਪ ਰਹੇ ਆ। ਨਾਮ ਆਪਣੇ ਅੰਦਰ ਦੀ ਸ਼ਾਂਤੀ ਲਈ, ਦਿਲ ਦਿਮਾਗ ਦੇ ਸਕੂਨ ਲਈ ਜਪਣਾ ਹੈ। ਇਹ ਦੌੜ ਭੱਜ 'ਚ ਕਿਹੜਾ ਨਾਮ ਜਪਿਆ ਜਾਂਦਾ ਬਾਈ? ਇਸ ਕਰਕੇ ਜੇ ਚਾਹੁੰਦੇ ਹੋ ਤੁਹਾਨੂੰ ਰਸ ਬਣੇ, ਤੁਹਾਨੂੰ ਟਿਕਾ ਬਣੇ, ਤੁਹਾਡਾ ਦਿਲ ਦਿਮਾਗ ਕੁਝ ਸਮੇਂ ਲਈ ਟਿਕਾ 'ਚ, ਸ਼ਾਂਤੀ 'ਚ ਆਏ, ਤਾਂ ਅੱਖਾਂ ਬੰਦ ਕਰਕੇ ਟਿਕ ਕੇ ਜ਼ੁਬਾਨ ਤੋਂ ਪ੍ਰੇਮ ਨਾਲ ਹੌਲੀ ਹੌਲੀ ਬੋਲੀ ਜਾਓ, ਕੰਨਾਂ ਨਾਲ ਸੁਣੀ ਜਾਓ, ਉਹਦੇ 'ਚ ਹੀ ਮਸਤ ਹੋ ਜਾਓ। 10-15 ਮਿੰਟ ਲਾਓ, ਸਾਰੇ ਥਕੇਵੇਂ ਲਾ ਦਿੰਦਾ ਹੈ। ਜਾਂ ਜਦੋਂ ਤੁਸੀਂ ਦਿਮਾਗੀ ਪਰੇਸ਼ਾਨ ਹੋ ਉਦੋਂ ਬੈਠ ਕੇ ਦੇਖ ਲਿਓ, ਥੋੜੇ 10-15 ਦਿਨਾਂ ਦੇ ਅਭਿਆਸ 'ਚ ਬੰਦੇ ਦਾ ਸੈਟਅਪ ਹੋ ਜਾਂਦਾ, ਉਸ ਤੋਂ ਬਾਅਦ ਆਨੰਦ ਬਣਨਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਐਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਚੇਤੇ ਕਰੋ, ਇਕਾਗਰ ਚਿੱਤ ਹੋ ਕੇ, ਸਾਵਧਾਨ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਦਾ ਨਾਮ ਜਪੋ। ਮਰਨ ਨਾਮ ਮੰਦਾ ਲੋਕਾ ਆਖੀਐ, ਜੇ ਮਰ ਜਾਣਾ ਐਸਾ ਕੋਏ। ਮਹਾਰਾਜ ਜੀ ਕਹਿੰਦੇ ਮਰਨ ਨੂੰ ਸਭ ਮਾੜਾ ਕਹਿੰਦੇ ਆ। ਕੋਈ ਪੁਰਾਣੀ ਚੜ੍ਹਾਈ ਕਰ ਜੇ, ਸਾਡੀ ਜ਼ੁਬਾਨ ਤੇ ਸ਼ਬਦ ਚੜਿਆ, ਬੜਾ ਮਾੜਾ ਹੋਇਆ। ਮਹਾਰਾਜ ਜੀ ਕਹਿੰਦੇ ਜੇ ਉਹ ਜਿੰਨੀ ਆਪਣੀ ਲੈ ਕੇ ਆਇਆ ਸੀ, ਜਿੰਨੀ ਤੇ ਭੋਗ ਕੇ ਚਲਾ ਗਿਆ, ਫਿਰ ਕੀ ਮਾੜਾ ਹੋਇਆ? ਆਤਮ ਗਿਆਨ ਹੈ ਇਹ, ਬ੍ਰਹਮ ਗਿਆਨ ਹੈ, ਇਹਨੂੰ ਝੱਲਣਾ ਸੌਖਾ ਨਹੀਂ ਹੈ ਕਿਸੇ ਲਈ ਵੀ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋ। ਆਤਮ ਗਿਆਨ ਨੂੰ, ਬ੍ਰਹਮ ਗਿਆਨ ਨੂੰ ਝੱਲਣਾ ਔਖਾ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਸਵਾਸ ਲੈ ਕੇ ਆਇਆ ਸੀ, ਹੁਕਮ 'ਚ ਆਇਆ ਸੀ, ਹੁਕਮ 'ਚ ਚਲਾ ਗਿਆ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਸਣ ਤੇ ਬੈਠੇ ਐ, ਸਿੱਖਾਂ ਬੇਨਤੀ ਕੀਤੀ, ਮਹਾਰਾਜ ਪਰਿਵਾਰ ਦੇ ਕਈ ਜੀ ਲਗਾਤਾਰ ਸਰੀਰ ਤਿਆਗ ਕੇ ਚਲੇ ਗਏ ਹੈ, ਅਸੀਂ ਦੇਖਿਆ ਆਪ ਜੀ ਉਸੇ ਤਰ੍ਹਾਂ ਹੋ, ਆਪ ਜੀ ਨੂੰ ਕੋਈ ਫਰਕ ਨਹੀਂ ਪਿਆ। ਮਹਾਰਾਜ ਜੀ ਕਹਿੰਦੇ ਧਰਤੀ ਤੇ ਲਕੀਰਾਂ ਖਿੱਚ, ਇੱਕ ਸਿੱਖ ਨੇ ਲਕੀਰਾਂ ਖਿੱਚੀਆਂ, ਮਹਾਰਾਜ ਜੀ ਕਹਿੰਦੇ ਇਹਨੂੰ ਮੇਟ ਦੇ, ਉਹਨੇ ਮੇਟ ਦਿੱਤੀਆਂ। ਮਹਾਰਾਜ ਜੀ ਕਹਿੰਦੇ ਤੇਰੇ ਲਕੀਰਾਂ ਖਿੱਚਣ ਨਾਲ ਸਾਨੂੰ ਕੋਈ ਫਰਕ ਪਿਆ? ਕਹਿੰਦਾ ਨਹੀਂ ਮਹਾਰਾਜ। ਤੇ ਮੇਟਣ ਨਾਲ? ਕਹਿੰਦਾ ਨਹੀਂ ਜੀ। ਮਹਾਰਾਜ ਜੀ ਕਹਿੰਦੇ ਇਦਾਂ ਹੀ ਇਹ ਸਰੀਰਾਂ ਦੀਆਂ ਲਕੀਰਾਂ ਮਾਲਕ ਨੇ ਖਿੱਚੀਆਂ, ਮਾਲਕ ਨੇ ਮੇਟ ਦਿੱਤੀਆਂ। ਅਸੀਂ ਉਹ ਮਾਲਕ ਦੀ ਰਜ਼ਾ 'ਚ, ਸਾਨੂੰ ਇਸ ਕਰਕੇ ਕੋਈ ਫਰਕ ਨਹੀਂ ਪਿਆ। ਇਸ ਬ੍ਰਹਮ ਗਿਆਨ 'ਚ ਟਿਕ ਜਾਣਾ ਬੜਾ ਔਖਾ ਹੈ। ਭਜਨ ਬੰਦਗੀ ਨਾਮ ਜਪ ਤੋਂ ਬਿਨਾ ਨਹੀਂ ਟਿਕ ਹੁੰਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਮਰਨੇ ਨੂੰ ਮਾੜਾ ਨਾ ਆਖੋ, ਮਰਨ ਨਾ ਮੰਦਾ ਲੋਕਾਂ ਆਖੀਐ। ਜੇ ਕੋਈ ਐਸਾ ਮਰਨਾ ਜਾਣ ਲਵੇ, ਕਿਹੋ ਜਿਹਾ ਮਰਨਾ? ਹਾਂਜੀ, ਸੇਵਿਓ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਮਹਾਰਾਜ ਜੀ ਕਹਿੰਦੇ ਕੋਈ ਆਪਣੇ ਸਾਹਿਬ ਦੀ ਸੇਵਾ ਕਰਕੇ ਜਾਏ, ਜਿਹਦਾ ਪੰਥ ਸੁਹੇਲਾ ਹੋਵੇ। ਅੱਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਨਾਮ ਜਪ ਕੇ ਜਾਏ, ਕੋਈ ਸੇਵਾ ਕਰਕੇ ਜਾਏ, ਕੋਈ ਸਾਰੀ ਜ਼ਿੰਦਗੀ ਭਜਨ ਕਰਕੇ ਜਾਏ, ਬੰਦਗੀ ਕਰਕੇ ਜਾਏ। ਕਹਿੰਦੇ ਇਦਾਂ ਦਾ ਜਿਹੜਾ ਮਰਨਾ ਹੈ ਨਾ, ਅਗਰ ਕਿਸੇ ਦੀ ਝੋਲੀ 'ਚ ਪੈ ਜਾਏ, ਉਹ ਮਰਨਾ ਸਫਲਾ ਹੈ। ਹਾਂਜੀ, ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ। ਮਹਾਰਾਜ ਜੀ ਕਹਿੰਦੇ ਫਿਰ ਸੌਖੇ ਮਾਰਗ ਰਾਹੀਂ ਵਾਹਿਗੁਰੂ ਦੀ ਦਰਗਾਹ ਤੱਕ ਜਾਓ,
उत्थे जाके वाहिगुरु दे मिलाप रूप फल नूं प्राप्त करो, ब्रह्मानंद रूप ब्रह्म अभेदता रूप फल नूं प्राप्त करो। महाराज कहंदे फिर वाहिगुरु दी दरगाह च वडियाई मिलदी है। हुण महाराज जी कहंदे जिहड़ा रस्ता ना वो दुहेला भी है, आखो सतनाम श्री वाहिगुरू। औखा मार्ग भी है, जिस मार्ग दे उत्ते ਉਹ ਪ੍ਰਾਣੀ ਜਾਂਦੇ ਹੈ ਜਿਹੜੇ ਮਾੜੇ ਕਰਮਾਂ ਤੋਂ ਬਿਨਾਂ ਕੋਈ ਕਰਮ ਹੀ ਨਹੀਂ ਕਰਦੇ, ਜਿਹੜੇ ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਜਿਹੜੇ ਪਾਪ ਕਰਮਾਂ ਤੇ ਲੱਕ ਬੰਨ੍ਹ ਕੇ ਰੱਖਦੇ ਆ ਸਾਰੀ ਜ਼ਿੰਦਗੀ। ਮਰ ਕਹਿੰਦੇ ਉਹ ਔਖੇ ਰਸਤੇ ਜਾਂਦੇ ਹੈ। ਉਹ ਫਿਰ ਮਰ ਕਹਿੰਦੇ ਕੁੱਕਾਂ ਪਈਆਂ ਰਾਹੀ ਹੁਮਸ ਧੁਮਸ ਬਾਹਰ ਬਿਡਾਨੜਾ। ਕੁੱਕਾਂ ਪਈਆਂ ਰਾਹੀਂ ਚਿੱਕਾਂ ਪੈਂਦੀਆਂ ਜਾਂਦੀਆਂ, ਫਿਰ ਤੜਫਦੇ ਐ, ਕਿਤੇ ਕਰਮਾਂ ਦੇ ਫਲ ਭੋਗਣੇ ਪੈਂਦੇ ਐ, ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਮਹਾਰਾਜ ਜੀ ਕਹਿੰਦੇ ਇੱਕ ਉਹ ਹੈ ਜਿਹੜੇ ਆਪਣੇ ਸਾਹਿਬ ਦੀ ਸੇਵਾ ਕਰਕੇ ਜਾਂਦੇ ਐ, ਜਿਹੜੇ ਨਾਮ ਜਪ ਕੇ ਬੰਦਗੀ ਕਰਕੇ ਭਜਨ ਕਰਕੇ ਜਾਂਦੇ ਐ, ਉਹਨਾਂ ਦਾ ਰਾਹ ਸੌਖਾ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪੰਡਤ ਨਿਤਾਨੰਦ ਨਾਮ ਦਾ ਇੱਕ ਵਿਦਵਾਨ ਸੀ। ਉਹ ਮਹਾਰਾਜ ਜੀ ਦੇ ਦਰਬਾਰ 'ਚ ਆ ਕੇ ਕਥਾ ਕਰਿਆ ਕਰਦਾ ਸੀ। ਬੇਨਤੀ ਕੀਤੀ, ਮਹਾਰਾਜ ਮੈਨੂੰ ਵੇਦਾਂ ਸ਼ਾਸਤਰਾਂ ਦੀ ਕਥਾ ਆਉਂਦੀ ਆ, ਹੋਰ ਤਾਂ ਕੁਛ ਆਉਂਦਾ ਨਹੀਂ। ਜੇ ਆਪ ਜੀ ਕਥਾ ਸੁਣੋ, आप जी प्रसन्न हो जाओ, मेरे ते कृपा दृष्टि हो जाए, मेरा जन्म सफला हो जाए। महाराज जी कहते भाई आ जाया कर। ते पंडित जी ने आना, कथा करनी। एक दिन भजन बंदगी करने वाले गुरमुख लंगर च बैठे विचार कर रहे सी। एक गुरमुख कहता महाराज साहब जी दी इहो जी कृपा हुई है कि थोड़ा समा ही लगता है, अद्धा पौना घंटा बैठी दा भजन बंदगी च वाहिगुरु दी दरगाह च पहुँच जाइदा है। एक कहंदा मैनू इस तो भी थोड़ा समा लगता है। एक गुरमुख उहदी होर भी उच्ची अवस्था कहंदा भाई महाराज साहब सच्चे पातशाह गुरु हरगोबिंद साहिब जी दी इहो जी कृपा वरती है, अखां बंद करी दियां ने, वाहिगुरु दी दरगाह च होईदा है, ते अखां खोली दियां ने, मात लोक ते होईदा है। नितानंद जी दे मन दे विच बचन सुन के शंका हो गया। महाराज साहब जी दे कोल चला गया, कहंदा महाराज जी बेनती है। महाराज जी कहंदे करो भाई। कहंदा जी ऐसे बचन सुने आ सिखां दे, मेरे मन च शंका पैदा हो गई है भी असी पुराणा च पढ़िया है, बहुत समा लग जाता है प्राणी नूं दरगाह तक पहुँचण लग्या। महाराज जी कहंदे भाई वो जिहड़ा लिखिया है ना, वो मनमुखां प्रथाए लिखिया है, मंद कर्मियां प्रथाए लिखिया है। ये गुरु नानक दे सिख ने, इन्हां दी रसना ते गुरु नानक बसदे ने, ये अपनी रसना तो झूठ नहीं बोलते। आखो सतनाम श्री वाहिगुरू। यह जो बोलते ने सच बोलते ने। महाराज मेरे ते कृपा करो। महाराज जी कहंदे जाओ 6 महीने लगातार 22 घंटे मूल मंत्र दा जाप करना है, झूठे बर्तनां दी सेवा करनी है, ते 6 महीने बाद आके बचन करियो। महाराज आप जी कृपा करो तो हो सकता है। आखो सतनाम। महाराज मेरी समर्था नहीं, सच्चे पातशाह दे चरना च झुकिया, सिर ते हाथ रखाया। हुण 6वें पातशाह दा सिर ते हाथ होवे ते फिर तां बंदा कुछ भी कर सकता है। जिवें भंगाणी दे जंग च जिक्र आंदा है कि एक सिंह
ਮਿਆਨ ਸਮੇਤ ਲੜੀ ਜਾਏ ਜੰਗ ਦੇ ਵਿੱਚ। ਕਿਸੇ ਸਿੰਘ ਨੇ ਆਵਾਜ਼ ਮਾਰੀ, ਉਹ ਕਹਿੰਦਾ ਭਾਈ ਤਲਵਾਰ ਬਾਹਰ ਤਾਂ ਕੱਢ ਲੈ। ਉਹ ਸਿੰਘ ਕਹਿੰਦਾ ਭਾਈ ਜੇ ਗੁਰੂ ਸਾਹਿਬ ਦੀ ਕਿਰਪਾ ਆ ਨਾ ਫਿਰ ਮਿਆਨ ਸਮੇਤ ਵੀ ਕੰਮ ਕਰ ਜਾਂਦੀ ਹੈ। ਆਖੋ ਸਤਿਨਾਮ। ਜੇ ਸੱਚੇ ਪਾਤਸ਼ਾਹ ਦੀ ਕਿਰਪਾ ਤਾਂ ਬੰਦ ਮਿਆਨਾਂ ਨਾਲ ਵੀ ਜੰਗ ਜਿੱਤ ਲਈਦੇ ਹੈ, ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾ ਹੋਵੇ ਜਿੱਤੀਆਂ ਜੰਗਾਂ ਹਾਰ ਜਾਈਦੀਆਂ ਨੇ। ਇਹ ਭਾਵਨਾ ਹੈ ਗੁਰੂ ਕੇ ਸਿੱਖਾਂ ਦੀ। ਮਹਾਰਾਜ ਕਿਰਪਾ ਕਰਿਓ, ਸੱਚੇ ਪਾਤਸ਼ਾਹ ਨੇ ਹੱਥ ਰੱਖਿਆ, ਪੰਡਤ ਜੀ ਨੇ ਜਾਪ ਸ਼ੁਰੂ ਕਰ ਦਿੱਤਾ। ਲਗਾਤਾਰ 6 ਮਹੀਨੇ ਜਾਪ ਕੀਤਾ। ਅੱਜ ਕੁਛ ਕੱਲ ਕੁਛ। 6 ਮਹੀਨੇ ਬਾਅਦ ਮਹਾਰਾਜ ਜੀ ਦੀ ਹਜ਼ੂਰੀ ਚ ਆ ਕੇ ਬਹਿ ਗਿਆ। ਨਮਸਕਾਰ ਕੀਤੀ। ਮਹਾਰਾਜ ਹੁਣ ਜਾਣੀ ਜਾਣ ਨੇ ਦਾਤਾਂ ਆਪ ਦੇਣ ਵਾਲੇ ਆ, ਦੇਖ ਕੇ ਮੁਸਕਰਾਏ ਆ। ਦੀਵਾਨ ਦੀ ਸਮਾਪਤੀ ਹੋਈ। ਪੁੱਛਿਆ ਹਾਂਜੀ ਮਹਾਰਾਜ ਅੱਜ ਦੱਸੋ। ਕਹਿੰਦਾ ਮਹਾਰਾਜ ਆਪ ਜੀ ਦੀ ਐਸੀ ਕਲਾ ਵਰਤ ਗਈ ਹੈ, ਅੱਖਾਂ ਬੰਦ ਕਰਦਾ ਵਾਹਿਗੁਰੂ ਦੀ ਦਰਗਾਹ 'ਚ ਹੁੰਨਾ, ਅੱਖਾਂ ਖੋਲਦਾ ਮਾਤ ਲੋਕ ਤੇ ਹੁੰਨਾ। ਮਹਾਰਾਜ ਆਪ ਜੀ ਨੇ ਸੱਚ ਆਖਿਆ, ਗੁਰੂ ਨਾਨਕ ਦੇ ਸਿੱਖ ਦੀ ਰਸਨਾ ਤੋਂ ਝੂਠ ਨਹੀਂ। ਆਪ ਜੀ ਦੇ ਸਿੱਖ ਸੱਚ ਬੋਲਦੇ ਆ ਮਹਾਰਾਜ, ਸदैव ਸੱਚ ਬੋਲਦੇ ਆ। ਧੰਨ ਨੇ ਇਹੋ ਜਿਹੇ ਸਿੱਖ। ਸੱਚੇ ਪਾਤਸ਼ਾਹ ਅੱਜ ਸਾਡੇ ਤੇ ਇਹ ਬਖਸ਼ਿਸ਼ ਕਰਨ, ਸਾਡੀ ਜ਼ੁਬਾਨ ਤੇ ਲੋਕ ਵਿਸ਼ਵਾਸ ਕਰਨ। ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਸੱਚ ਬੋਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰ ਰਹੇ ਹੈ, ਉਹ ਸੁਹੇਲੇ ਰਸਤੇ ਜਾਂਦੇ ਹੈ। ਹੁਣ ਜਿਹੜੇ ਸਰੀਰ 'ਚ ਰਹਿੰਦੇ ਆ, ਅੱਖਾਂ ਬੰਦ ਕਰਦੇ ਆ, ਵਾਹਿਗੁਰੂ ਦੀ ਦਰਗਾਹ 'ਚ ਹੁੰਦੇ ਆ, ਅੱਖਾਂ ਖੋਲਦੇ ਆ, ਮਾਤ ਲੋਕ ਤੇ ਹੁੰਦੇ ਆ, ਉਹਨਾਂ ਤੋਂ ਸੁਹੇਲਾ ਰਸਤਾ ਕਿਹਦਾ ਹੋ ਸਕਦਾ ਦੱਸੋ। ਮਹਾਰਾਜ ਕਹਿੰਦੇ ਫਿਰ ਉਹ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਜਾਂਦੇ ਆ, ਉਹਦੇ ਸਰੂਪ 'ਚ ਸਮਾ ਜਾਂਦੇ ਆ, ਤੇ ਵਾਹਿਗੁਰੂ ਦੇ ਦਰਬਾਰ 'ਚ ਮਾਣ ਮਿਲਦਾ, ਸਨਮਾਨ ਮਿਲਦਾ, ਵਡਿਆਈ ਮਿਲਦੀ ਹੈ। ਭੇਟੈ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲਿਖੈ ਪਾਈ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਵੀ ਜਾਣਾ ਚਾਹੁੰਦੇ ਹੋ ਨਾ, ਜਿਵੇਂ ਦੀ ਇਹ ਗੁਰਮੁਖ ਭੇਟਾ ਲੈ ਕੇ ਗਏ ਆ ਨਾ, ਤੁਸੀਂ ਵੀ ਲੈ ਕੇ ਜਾਓ। ਕੀ ਭੇਟਾ ਲੈ ਕੇ ਜਾਣੀ ਹੈ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅਗਲੀ ਪੰਕਤੀ ਪੜੋ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲਾ ਭਜਨ ਬੰਦਗੀ ਵਾਹਿਗੁਰੂ ਦੀ ਵਿਚਾਰ ਹਿਰਦੇ 'ਚ ਲੈ ਆਓ, ਵਾਹਿਗੁਰੂ ਦਾ ਦਰਬਾਰ ਆਪਣੇ ਆਪ ਮਿਲੇਗਾ। ਮਹਾਰਾਜ ਜੀ ਕਹਿੰਦੇ ਇਹ ਭੇਟਾ ਜਿਹੜੀ ਵਾਹਿਗੁਰੂ ਪ੍ਰਵਾਨ ਕਰਦੇ ਆ, ਇਹਨੂੰ ਆਪਣੇ ਅੰਦਰ ਲੈ ਆਓ ਤੇ ਸੱਚ 'ਚ ਸਮਾ ਜਾਓਗੇ। ਕਹਿੰਦੇ ਇਹੋ ਜਿਹਾ ਫਲ ਕੋਈ ਕੋਈ ਪਾਉਂਦਾ, ਕਿਸੇ ਕਿਸੇ ਭਾਗਾਂ ਵਾਲੇ ਨੂੰ ਮਿਲਦਾ, ਤੁਸੀਂ ਪਾਉਣਾ ਭਾਈ। ਇਹ 3 ਚੀਜ਼ਾਂ ਨੂੰ ਆਪਣੇ ਹਿਰਦੇ 'ਚ ਵਸਾ ਲਓ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਸ ਮੋਖ ਦੁਆਰ ਆਪਣੇ ਆਪ ਹੀ ਮਿਲ ਜਾਏਗਾ। ਹਾਂਜੀ। ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉ ਰਲਿਆ ਮਾਣ। ਮਹਾਰਾਜ ਜੀ ਕਹਿੰਦੇ ਫੇਰ ਵਾਹਿਗੁਰੂ ਦੇ ਮਹਿਲ 'ਚ ਜਾ ਕੇ ਵਾਹਿਗੁਰੂ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਨੂੰ ਭਾ ਜਾਓਗੇ। ਜਿਹੜਾ ਅਭੇਦਤਾ ਦਾ ਸੁੱਖ ਹੈ ਨਾ, ਜਿਹੜਾ ਅਨੰਤ ਕਾਲ ਲਈ ਸੁੱਖ ਹੈ, ਉਹ ਸਰੀਰ ਤਿਆਗ ਕੇ ਸਮਾ ਕੇ ਮਿਲਦਾ ਹੈ। ਜਦੋਂ ਸਰੀਰ ਤਿਆਗ ਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਜੀ ਕਹਿੰਦੇ ਰੰਗ ਸਿਉ ਰਲੀਆਂ ਮਾਣ, ਆਨੰਦ ਮਾਣੋਗੇ ਸदैव ਕਾਲ ਲਈ। ਉਹ ਆਨੰਦ ਜਿਹੜਾ ਨਾ ਕਿਸੇ ਸੰਸਾਰ 'ਚ ਹੈ, ਨਾ ਕਿਸੇ ਜਨਮ 'ਚ ਹੈ, ਨਾ ਕਿਸੇ ਮਰਨ 'ਚ ਹੈ, ਨਾ ਕਿਸੇ ਪਦਾਰਥ 'ਚ ਹੈ, ਉਹ ਕਿਸੇ 'ਚ ਨਹੀਂ ਹੈ। ਜਿਹੜਾ ਵਾਹਿਗੁਰੂ ਦੀ ਦਰਗਾਹ 'ਚ ਜਾ ਕੇ ਉਹਦੀ ਜੋਤ 'ਚ ਜੋਤ ਸਮਾ ਕੇ ਪ੍ਰਾਪਤ ਹੁੰਦਾ। ਮਰਣਾ ਨਾ ਮੰਦਾ ਲੋਕਾ ਆਖੀਐ,
ਜੇ ਕੋਈ ਮਰ ਜਾਣਾ। ਮਹਾਰਾਜ ਜੀ ਕਹਿੰਦੇ ਜੇ ਕੋਈ ਐਵੇਂ ਮਰ ਨਾ ਜਾਣੇ ਤਾਂ ਫਿਰ ਉਹਨੂੰ ਮੰਦਾ ਕਿਵੇਂ ਆਖੀਏ ਬਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਐਵੇਂ ਜਾਏ ਵੀ ਸਰੀਰ ਤੋਂ ਨਿਕਲੇ ਐ ਤੇ ਦਰਗਾਹ 'ਚ ਪੁੱਜੇ ਆ ਸਿੱਧਾ। ਇਹੋ ਜਿਹੇ ਵੀ ਮਹਾਤਮਾ ਹੋਏ ਐ ਜਿਨ੍ਹਾਂ ਨੇ ਦੱਸ ਕੇ ਸਰੀਰ ਤਿਆਗਿਆ ਵੀ ਹੁਣ ਫਲਾਣੇ ਦਿਨ ਅਸੀਂ ਚਲੇ ਜਾਣਾ, ਮਹਾਰਾਜ 10ਵੇਂ ਪਾਤਸ਼ਾਹ ਲੈਣ ਆਉਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਇਹੋ ਜਿਹੇ ਬਚਨਾਂ ਤੇ ਕਈ ਹਿਰਦਿਆਂ 'ਚ ਸ਼ੰਕਾ ਪੈਦਾ ਹੋ ਜਾਂਦਾ ਹੈ। ਜਿਹਦੀ ਜਿਉਂਦਿਆਂ ਆਪਣੇ ਪਿਓ ਤੱਕ ਪਹੁੰਚ ਹੁੰਦੀ ਹੈ ਨਾ, ਜਿਹੜਾ ਜਿਉਂਦਿਆਂ ਆਪਣੇ ਪਿਓ ਤੱਕ ਕੱਪੜਿਆ ਹੁੰਦਾ, ਉਹਨਾਂ ਨੂੰ ਆਪਣੇ ਪਿਓ ਤੇ ਮਾਣ ਹੁੰਦਾ ਹੈ, ਜਿੱਦਣ ਮੈਂ ਜਾਊਂ ਮੇਰਾ ਪਿਓ ਮੈਨੂੰ ਲੈਣ ਆਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇਹੋ ਜੀਆਂ ਬਿਰਲੀਆਂ ਟਾਮੀਆਂ ਰੂਹਾਂ ਹੁੰਦੀਆਂ। ਮਹਾਰਾਜ ਕਹਿੰਦੇ ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕਈ ਕੇ। ਬਿਰਲੇ ਹੁੰਦੇ ਐ ਪਰ ਹੁੰਦੇ ਐ, ਸदैव ਰਹਿਣਗੇ। ਰੱਬ ਦੇ ਪਿਆਰੇ, ਰੱਬ ਦੇ ਪੁੱਤ ਹੁੰਦੇ ਐ, ਰੱਬ ਦੀ ਵੰਸ਼ ਹੁੰਦੇ ਐ ਤੇ ਪਰਮਾਤਮਾ ਦੇ ਪੁੱਤ, ਪਰਮਾਤਮਾ ਦੀ ਵੰਸ਼, ਪਰਮਾਤਮਾ ਦੀ ਬਣਾਈ ਪ੍ਰਕਿਰਤੀ ਚੋਂ ਕਦੇ ਖਤਮ ਨਹੀਂ ਹੋ ਸਕਦੀ। ਹਾਂਜੀ। ਮਰਣਾ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਮਹਾਰਾਜ ਜੀ ਕਹਿੰਦੇ ਭਾਈ ਮਰਨਾ ਸੱਚਾ ਹੈ, ਸਫਲਾ ਹੈ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਦਾ ਮਰਨਾ ਪ੍ਰਵਾਨ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਹੀਦਾਂ ਦਾ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ, ਜ਼ੁਲਮ ਰੋਕਣ ਦੇ ਲਈ, ਨਿੱਜੀ ਹਿੱਤਾਂ ਤੋਂ ਬਿਨਾ ਪਰਉਪਕਾਰ ਦੇ ਲਈ ਆਪਣੇ ਸਰੀਰ ਤਿਆਗੇ ਹੈ, ਉਹਨਾਂ ਦਾ ਮਰਨਾ ਸਫਲ ਹੈ, ਪ੍ਰਵਾਨ ਹੈ। ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਜਿੱਤ ਕੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਸਰੀਰ ਤਿਆਗਿਆ, ਮਹਾਰਾਜ ਕਹਿੰਦੇ ਉਹਨਾਂ ਸੂਰਮਿਆਂ ਦਾ ਮਰਨਾ ਪ੍ਰਵਾਨ ਹੈ, ਸੱਚ ਹੈ, ਸਫਲਾ ਹੈ। ਸੂਰੇ ਸਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਦਰਗਾਹ 'ਚ ਮਾਣ ਮਿਲਦਾ ਨਾ, ਸੂਰਮੇ ਅਸਲ ਉਹੀ ਹੋਈ ਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹੀ ਸੂਰਮੇ ਨੇ, ਉਹੀ ਵੱਡੇ ਯੋਧੇ ਨੇ, ਬਲੀ ਨੇ, ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਜਿਨ ਮਿਲ ਮਾਰੇ ਪੰਜ ਸੂਰਵੀਰ, ਸੋ ਪੂਰਾ ਇਹ ਕਲੀ ਰੇ। ਉਹੀ ਪੂਰਨ ਹੈ, ਉਹੀ ਬਲੀ ਹੈ, ਉਹੀ ਸੂਰਮਾ ਹੈ ਜਿਹਨੇ ਆਪਣੇ ਪੰਜ ਅੰਦਰ ਦੇ ਵਿਕਾਰਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਦਲ ਮਲ ਦਿੱਤਾ ਹੈ। ਜਿਹੜਾ ਦਲ ਮਲ ਦਿੰਦਾ ਹੈ ਉਹ ਵਾਹਿਗੁਰੂ ਦੀ ਦਰਗਾਹ ਤੱਕ ਵੀ ਪਹੁੰਚ ਜਾਂਦਾ ਹੈ, ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਤੇ ਜਿਹੜਾ ਇਹਨਾਂ ਦੀ ਕੈਦ 'ਚ ਫਸਿਆ ਰਹਿੰਦਾ ਹੈ, ਭਾਵੇਂ ਉਹ ਕਿਸੇ ਭੇਖ ਦਾ ਧਾਰਨੀ ਕਿਉਂ ਨਾ ਹੋਵੇ, ਜਿਹੜਾ ਇਹਨਾਂ ਦਾ ਗੁਲਾਮ ਹੋ ਗਿਆ, ਉਹ ਕਿਤੇ ਵੀ ਡੋਲ ਸਕਦਾ ਹੈ, ਉਹ ਕਿਤੇ ਵੀ ਡਿੱਗ ਸਕਦਾ ਹੈ। ਉਹਦੇ 'ਚ ਤੇ ਆਮ ਇਨਸਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ, ਬਸ ਭੇਖ ਦਾ ਪਰਦਾ ਲੋਕਾਂ ਦੀਆਂ ਅੱਖਾਂ ਤੇ ਪਿਆ ਰਹਿੰਦਾ, ਹੋਰ ਕੋਈ ਫਰਕ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਆ ਉਹ ਪੂਰਾ ਇਸ ਕਲਯੁਗ ਦੇ ਵਿੱਚ ਜਿਹੜਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ, ਉਹੀ ਸੂਰਮਾ ਹੈ ਜਿਹੜਾ ਆਪਣੇ ਵਿਕਾਰਾਂ ਨੂੰ ਦਲ ਮਲ ਕੇ ਇਹਨਾਂ ਤੋਂ ਗਾਹਾਂ ਕਾਲ ਦੀ ਕੈਦ ਚੋਂ ਅਕਾਲ ਦੇ ਸਰੂਪ 'ਚ ਜਾ ਸਮਾ ਗਿਆ। ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ, ਆਗੈ ਦੁਖ ਨਾ ਲਾਗੈ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੀ ਦਰਗਾਹ 'ਚ ਮਾਣ ਮਿਲਦਾ, ਉਹਨੂੰ ਇੱਜ਼ਤ ਨਾਲ ਜਾਂਦਾ ਹੈ, ਅੱਗੇ ਕੋਈ ਦੁੱਖ ਨਹੀਂ ਮਿਲਦਾ, ਅੱਗੇ ਕੋਈ ਤਕਲੀਫ ਨਹੀਂ ਮਿਲਦੀ। ਇੱਥੇ ਬੜਿਆਂ ਨੂੰ ਮਾਣ ਮਿਲਦਾ ਦੇਖੀਦਾ, ਬੜੇ ਮਾਣ ਦੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਐ, ਤੇ ਅੱਗੇ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਨੇ। ਇੱਥੇ ਦੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਮਹਾਰਾਜ ਕਹਿੰਦੇ ਵਡਿਆਈ ਲੈਣੀ ਹੈ, ਵਾਹਿਗੁਰੂ ਦੀ ਦਰਗਾਹ ਦੀ ਵਡਿਆਈ ਲਓ। ਜਿਹਦੇ ਤੇ ਵਾਹਿਗੁਰੂ ਮਿਹਰਬਾਨ ਹੁੰਦੇ ਆ, ਉਹਨੂੰ ਇੱਥੇ ਵੀ ਬਥੇਰੀ ਵਡਿਆਈ ਦੇ ਦਿੰਦੇ ਆ, ਕਿਉਂਕਿ ਉਹ ਛੁਪਦਾ ਨਹੀਂ ਹੈ, ਜਿਹਦੇ ਤੇ ਬਖਸ਼ਿਸ਼ ਹੋਈ ਹੁੰਦੀ ਹੈ। ਹਾਂਜੀ।
ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵੈ ਪਉ ਭਾਗੈ। ਮਹਾਰਾਜ ਜੀ ਕਹਿੰਦੇ ਉਸ ਇੱਕ ਨੂੰ ਧਿਆਈ ਦਾ ਭਾਈ, ਜਿਹੜੇ ਉਹਨੂੰ ਧਿਆਉਂਦੇ ਐ ਉਹਨਾਂ ਦੇ ਅੰਦਰੋਂ ਭਉ ਭੱਜ ਜਾਂਦਾ ਹੈ, ਸੁੱਖ ਪ੍ਰਾਪਤ ਹੋ ਜਾਂਦਾ ਹੈ, ਸਭ ਕੁਝ ਉਹਨਾਂ ਦੀ ਝੋਲੀ ਪੈ ਜਾਂਦਾ ਹੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣ ਜਾਣੋ। ਮਹਾਰਾਜ ਜੀ ਕਹਿੰਦੇ ਉੱਚਾ ਹੰਕਾਰ ਵਾਲਾ ਬੋਲ ਨਹੀਂ ਬੋਲਣਾ, ਨਿਮਰਤਾ 'ਚ ਰਹਿਣਾ ਹੈ। ਉਹ ਵਾਹਿਗੁਰੂ ਆਪ ਹੀ ਜਾਣੀ ਜਾਣਨਾ ਹੈ, ਸਭ ਦੇ ਹਿਰਦੇ ਦੀ ਉਹ ਵਾਹਿਗੁਰੂ ਜਾਣਦਾ ਹੈ। ਕਈ ਵਾਰ ਕੀ ਹੁੰਦਾ ਹੈ, ਉਹੀ ਗੱਲ ਥੋੜੀ ਜਿਹੀ ਬੰਦਗੀ ਕੀਤੀ, ਅਸੀਂ ਹਉਮੈ 'ਚ ਆ ਕੇ ਬਚਨ ਕਰਨ ਲੱਗ ਪੈਂਦੇ ਹਾਂ। ਮਹਾਰਾਜ ਜੀ ਕਹਿੰਦੇ ਮਨ ਮਹਿ ਰਹਿਣਾ, ਬੰਦਗੀ ਕਰਦੇ ਹੋ, ਕੋਈ ਪਰਉਪਕਾਰ ਕਰਦੇ ਹੋ, ਉਹਨੂੰ ਗੁਪਤ ਰੱਖੋ। ਗੁਪਤ ਦਾ ਭਾਵ ਹੈ ਨਿਮਰਤਾ 'ਚ ਰਹੋ। ਗੁਪਤ ਰੱਖਣ ਦਾ ਹੋਰ ਕੋਈ ਭਾਵ ਨਹੀਂ ਹੁੰਦਾ, ਨਿਮਰਤਾ 'ਚ ਰਹਿਣਾ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ, ਅਸੀਂ ਕੋਈ ਜਪ ਤਪ ਪੂਜਾ ਪਾਠ ਜੋ ਕੀਤਾ ਹੈ ਉਹ ਮਹਾਰਾਜ ਜੀ ਨੇ ਕਰਵਾਇਆ। ਮਹਾਰਾਜ ਜੀ ਕਰਾ ਲੈਂਦੇ ਆ ਤਾਂ ਹੋ ਜਾਂਦਾ ਹੈ, ਮਹਾਰਾਜ ਜੀ ਨਿਤਨੇਮ ਕਰਾ ਲੈਂਦੇ ਆ ਹੋ ਜਾਂਦਾ ਹੈ, ਮਹਾਰਾਜ ਜੀ ਵਿਆਖਿਆ ਕਰਾ ਲੈਂਦੇ ਆ ਤਾਂ ਹੋ ਜਾਂਦੀ ਹੈ। ਤੇ ਜੇ ਮਹਾਰਾਜ ਜੀ ਨਾ ਚਾਹਣ ਬੰਦਾ ਇੱਕ ਲਫ਼ਜ਼ ਨਹੀਂ ਬੋਲ ਸਕਦਾ। ਚੰਗੇ ਭਲੇ ਬੰਦੇ ਬੋਲਦੇ ਚੱਲਦੇ ਦੀ ਜੀਭ ਟੇਢੀ ਹੋ ਜਾਂਦੀ ਹੈ। ਕੀ ਕਰ ਲੂ ਬੰਦਾ, ਗਲਾ ਚਲਾ ਜਾਂਦਾ, ਅੱਖਾਂ ਚਲੀਆਂ ਜਾਂਦੀਆਂ, ਕੀ ਕਰ ਲੂ। ਜੇ ਉਹ ਵਾਹਿਗੁਰੂ ਮਿਹਰਬਾਨ ਹੈ ਸਭ ਕੁਝ ਹੋ ਰਿਹਾ ਹੈ, ਤੇ ਜੇ ਉਹ ਮਿਹਰਬਾਨ ਨਹੀਂ ਹੈ ਤਾਂ ਕਰਮਾਂ ਦੀ ਐਸੀ ਮਾਰ ਪੈਂਦੀ ਹੈ, ਬੰਦਾ ਮਾਰ ਆਪਣੇ ਕਰਮਾਂ ਦੀ ਹੋਈ ਚੱਲ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਉੱਚਾ ਨਾ ਬੋਲਿਆ ਕਰੋ, ਸ਼ਾਂਤੀ 'ਚ ਟਿਕਾ 'ਚ ਨਿਮਰਤਾ 'ਚ ਰਿਹਾ ਕਰੋ। ਉਹ ਵਾਹਿਗੁਰੂ ਸਭ ਦੇ ਦਿਲ ਦੀ ਜਾਣਦਾ ਹੈ। ਮਰਣਾ ਮੁਨਸਾਂ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਮਹਾਰਾਜ ਜੀ ਕਹਿੰਦੇ ਭਾਈ ਇਹੋ ਜਿਹੇ ਨਿਮਰਤਾ 'ਚ ਰਹਿਣ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦਾ ਮਰਨਾ ਸੱਚਾ ਹੈ, ਬਾਕੀ ਸਭ ਝੂਠਾ ਮਰਨਾ ਮਰਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਝੂਠਾ ਮਰਨਾ, ਜਿਉਣਾ ਜੇ ਝੂਠਾ ਨਾ ਤਾਂ ਮੌਤ ਵੀ ਝੂਠੀ ਹੈ। ਕਿਉਂ? ਜਿਵੇਂ ਜ਼ਿੰਦਗੀ ਬਾਰ-ਬਾਰ ਮਿਲਦੀ ਹੈ, ਫਿਰ ਮੌਤ ਵੀ ਬਾਰ-ਬਾਰ ਮਿਲਦੀ ਹੈ। ਝੂਠੀ ਜ਼ਿੰਦਗੀ ਮਿਲੀ ਖਤਮ ਹੋ ਗਈ, ਤੇ ਉਹ ਮੌਤ ਵੀ ਝੂਠੀ ਹੈ, ਕਿਉਂਕਿ ਅੱਜ ਆਈ ਹੈ ਕੱਲ ਫੇਰ ਜੀਵਨ ਮਿਲੇਗਾ, ਮੌਤ ਝੂਠੀ ਪੈ ਜਾਏਗੀ ਉਸ ਜੀਵਨ ਦੇ ਅੱਗੇ, ਫੇਰ ਮੌਤ ਮਿਲੇਗੀ, ਮੌਤ ਦੇ ਅੱਗੇ ਜੀਵਨ ਝੂਠਾ ਪੈ ਜਾਏਗਾ। ਮਹਾਰਾਜ ਜੀ ਕਹਿੰਦੇ ਸੱਚਾ ਜਿਉਣਾ ਉਹਦੀ ਬੰਦਗੀ 'ਚ ਜਿਉਣਾ ਹੈ, ਸੱਚਾ ਮਰਨਾ ਉਹਦੀ ਦਰਗਾਹ 'ਚ ਜਾਣ ਵੇਲੇ ਜਿਹੜਾ ਸਰੀਰ ਤਿਆਗਣਾ ਉਹੀ ਹੈ, ਕਿਉਂਕਿ ਉਸ ਤੋਂ ਬਾਅਦ ਮੁੜ ਕੇ ਮਰਨਾ ਨਹੀਂ ਕਦੇ ਹੁੰਦਾ। ਕਹਿੰਦੇ ਇਹੋ ਜਿਹਾ ਜੇ ਕੋਈ ਮਰਦਾ ਹੈ ਤਾਂ ਪ੍ਰਵਾਨ ਹੈ, ਉਹ ਇਹੋ ਜਿਹਾ ਮਰਨਾ ਧਨ ਹੈ, ਧਨ ਹੈ। ਹਾਂਜੀ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਉਹ ਸੰਸਾਰੋ। ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖੋ ਕਿਹਨੂੰ ਰੋਈਏ, ਇਹ ਸੰਸਾਰ 'ਚ ਬਾਜੀ ਹੈ, ਅੱਜ ਕਿਸੇ ਤੇ ਕੱਲ ਕਿਸੇ ਤੇ ਆ ਰਹੀ ਹੈ, ਸੰਸਾਰ ਆ ਰਿਹਾ ਹੈ, ਸੰਸਾਰ ਜਾ ਰਿਹਾ ਹੈ। ਕਿਹਨੂੰ ਕਿਹਨੂੰ ਰੋਵਾਂਗੇ, ਕਿਹਨੂੰ ਕਿਹਨੂੰ ਰੋਈਏ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਮਹਾਰਾਜ ਜੀ ਆਪਣੇ ਸਾਜੇ ਹੋਏ ਨੂੰ ਆਪ ਦੇਖਦੇ ਹੈ, ਆਪਣੀ ਕੁਦਰਤ ਮਾਇਆ ਦੁਆਰਾ, ਆਪਣੀ ਸ਼ਕਤੀ ਦੁਆਰਾ ਸਭ ਦੇ ਕਰਮਾਂ ਦੀ, ਸਭ ਦੇ ਸਭ ਕਾਸੇ ਦੀ ਵਿਚਾਰ ਕਰਦੇ ਐ। ਕੁਦਰਤ ਵਿਚਾਰੇ ਤਾਰਨ ਤਾਰੇ, ਜਿਨ ਕੀਆ ਸੋ ਜਾਣੈ। ਉਹ ਆਪਣੀ ਮਾਇਆ ਸ਼ਕਤੀ ਦੁਆਰਾ ਹੀ ਸਭ ਕੁਝ ਵਿਚਾਰਿਆ ਜਾਂਦਾ ਹੈ। ਉਹਦੀ ਮਾਇਆ ਜਿਹੜੀ ਤਾਕਤ ਹੈ ਉਹੀ ਕਰਦੀ ਹੈ ਸਾਰਾ ਕੁਝ, ਉਹੀ ਵਿਚਾਰਦੀ ਹੈ। ਮਾਇਆ 'ਚ ਪਰਮੇਸ਼ਰ ਦੀ ਤਾਕਤ ਹੈ, ਉਹੀ ਤਾਕਤ ਦੁਆਰਾ ਸਭ ਕੁਝ ਧਾਰਨ ਧਾਰੇ, ਭਾਵ ਸਭ ਕਾਸੇ ਦਾ ਭਾਰ ਚੱਕਿਆ ਹੋਇਆ ਉਹਨੇ, ਤੇ ਉਹ ਆਪ ਹੀ ਜਾਣਦਾ ਉਹਨੇ ਕਿਵੇਂ ਚੱਕਿਆ ਹੋਇਆ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਬਿਨ ਥੰਮਾ ਗਗਨ ਰਹਾਇਆ। ਬਿਨਾਂ ਥੰਮਾ ਤੋਂ ਆਕਾਸ਼ ਹੈ, ਔਰ ਆਕਾਸ਼ ਦੇ ਵਿੱਚ ਧਰਤੀ ਨੂੰ ਕੋਈ ਆਸਰਾ ਨਹੀਂ ਹੈ। ਕਿਹਦੇ ਆਸਰੇ ਟਿਕੀ ਹੋਈ ਹੈ?
ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਆਸਰੇ ਟਿਕੀ ਹੋਈ ਹੈ। ਇਹੋ ਜਿਹੀਆਂ ਹਜ਼ਾਰਾਂ ਲੱਖਾਂ ਧਰਤੀਆਂ ਬ੍ਰਹਿਮੰਡ ਆਕਾਸ਼ ਦੇ ਵਿੱਚ ਟਿਕੇ ਹੋਏ ਆ। ਵਾਹਿਗੁਰੂ ਕਿਹਦੇ ਆਸਰੇ? ਵਾਹਿਗੁਰੂ ਦੇ ਆਸਰੇ ਟਿਕੇ ਹੋਏ ਆ। ਵਾਹਿਗੁਰੂ ਦੀ ਮਾਇਆ ਜਿਹੜੀ ਤਾਕਤ ਹੈ, ਜਿਹੜੀ ਤਾਕਤ ਦੇ ਵਿੱਚ ਵਾਹਿਗੁਰੂ ਖੁਦ ਵਿਦਮਾਨ ਨੇ, ਉਹਦੇ ਦੁਆਰਾ ਸਭ ਟਿਕਿਆ ਹੋਇਆ। ਹਾਂਜੀ, ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ। ਮਹਾਰਾਜ ਆਪ ਹੀ ਵੇਖਦੇ ਆ ਸਾਰੇ ਬਣਾਏ ਹੋਏ ਨੂੰ ਤੇ ਆਪ ਇਹਨੂੰ ਜਾਣਦੇ ਆ, ਹੋਰ ਕੋਈ ਨਹੀਂ ਜਾਣਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਅਜੇ ਵਾਹਿਗੁਰੂ ਦੀ ਬਣਾਈ ਪ੍ਰਕਿਰਤੀ ਨੂੰ 1% ਨਹੀਂ ਜਾਣ ਸਕੀ ਹੈ। 1% ਕਿਉਂ ਨਹੀਂ ਜਾਣ ਸਕੀ? ਸੰਪੂਰਨ ਰੂਪ ਦੇ ਵਿੱਚ ਉਹ ਵਾਹਿਗੁਰੂ ਹੀ ਜਾਣਦੇ ਆ ਇਹਨੂੰ, ਹੋਰ ਕੋਈ ਜਾਣਦਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਆਪ ਹੀ ਸਾਰੀ ਬਣਤ ਬਣਾਈ ਹੈ। ਦੁਬਾਰੇ ਪੰਕਤੀ ਪੜੋ ਜੀ। ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ। ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ ਕਿ ਮੇਰਾ ਹੁਕਮ ਕੀ ਹੈ। ਹੁਣ ਆਪਾਂ ਵਾਹਿਗੁਰੂ ਦਾ ਹੁਕਮ ਕੀ ਹੈ ਆਪਾਂ ਨਹੀਂ ਜਾਣਦੇ। ਲੋਕ ਭਵਿੱਖਬਾਣੀਕਾਰ ਭਵਿੱਖਬਾਣੀ ਕਰ ਦਿੰਦੇ ਆ, ਉਹ ਝੂਠੀ ਹੋ ਜਾਂਦੀ ਹੈ। ਸਾਇੰਟਿਸਟ ਭਵਿੱਖਬਾਣੀਆਂ ਕਰ ਦਿੰਦੇ ਆ, ਉਹ ਝੂਠੀਆਂ ਹੋ ਜਾਂਦੀਆਂ। ਉਹ ਆਪਣੇ ਐਸਟੀਮੇਟ ਨਾਲ ਕਰਦੇ ਆ, ਅਨੁਭਵ ਨਾਲ ਕਰਦੇ ਆ। ਉਹਨਾਂ ਦਾ ਇੱਕ ਸਰੀਰ 'ਚ ਆਏ ਬੰਦੇ ਦਾ ਅਨੁਭਵ ਜਿਹੜਾ ਨਾ, ਉਹ ਵਾਹਿਗੁਰੂ ਦੇ ਹੁਕਮ ਨੂੰ ਕੰਪਲੀਟ ਤੌਰ ਤੇ ਆਪਣੇ ਦੇ ਵਿੱਚ, ਆਪਣੇ ਸਰੀਰ 'ਚ, ਆਪਣੇ ਅਨੁਭਵ ਦੇ ਵਿੱਚ ਜੇ ਤਾਂ ਸਮਾ ਸਕਦਾ ਹੋਵੇ, ਫਿਰ ਤਾਂ ਵਾਹਿਗੁਰੂ ਦੇ ਹੁਕਮ ਨੂੰ ਸਮਝ ਲਵੇ, ਜਾਣ ਲਵੇ। ਇੰਨੀ ਕਿਹਦੇ 'ਚ ਪਾਵਰ ਹੈ ਵੀ ਉਹ ਅਥਾਹ ਸ਼ਕਤੀ ਦੇ ਅਥਾਹ ਹੁਕਮ ਨੂੰ, ਜਿਹੜੇ ਹੁਕਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣ ਸ਼ਕਤੀ ਹੈ, ਵਿਨਾਸ਼ ਸ਼ਕਤੀ ਹੈ, ਪੈਦਾ ਕਰਨ ਦੀ, ਪ੍ਰਕਿਰਤੀ ਨੂੰ ਪਾਲਣ ਪੋਸ਼ਣ ਦੀ ਤਾਕਤ ਹੈ। ਅਗਰ ਕੋਈ ਇੰਨੀ ਤਾਕਤ ਰੱਖਦਾ ਹੋਵੇ, ਉਹਨੂੰ ਆਪਣੇ ਅੰਦਰ ਅਬਜ਼ੌਰਵ ਕਰ ਲਵੇ, ਸਮਾ ਲਵੇ, ਫਿਰ ਤਾਂ ਕੋਈ ਜਾਣ ਸਕਦਾ। ਜਦੋਂ ਇੰਨੀ ਕਿਸੇ 'ਚ ਤਾਕਤ ਹੈ ਨਹੀਂ ਤੇ ਫਿਰ ਕਿੱਦਾਂ ਜਾਣ ਸਕਦਾ ਕੋਈ? ਮਹਾਰਾਜ ਕਹਿੰਦੇ ਆਪੇ ਜਾਣਾ, ਆਪ ਹੀ ਜਾਣਦਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਤਾਂ ਹੀ ਵੱਡੀਆਂ ਵੱਡੀਆਂ ਭਵਿੱਖਬਾਣੀਆਂ, ਵੱਡਾ ਵੱਡਾ ਸਭ ਕੁਝ ਖਤਮ ਹੋ ਜਾਂਦਾ, ਝੂਠਾ ਹੋ ਜਾਂਦਾ। ਹਾਂਜੀ, ਜਿਨ ਕਿਛ ਕੀਆ ਸੋਈ ਜਾਣੈ। ਕਹਿੰਦੇ ਜਿਹਨੇ ਕੁਝ ਕੀਤਾ ਉਹੀ ਜਾਣਦਾ, ਬਸ ਵੀ ਕਦੋਂ ਸਾਜਣਾ ਕਦੋਂ ਢਾਉਣਾ। ਹਾਂਜੀ, ਤਾ ਕਾ ਰੂਪ ਅਪਾਰੋ। ਉਹਦਾ ਹੁਕਮ ਰੂਪ ਜਿਹੜਾ ਹੈ ਨਾ, ਉਹ ਪਾਰਾਵਾਰ ਤੁਰੈਤ ਹੈ। ਉਹਦੇ ਰੂਪ ਦੀ, ਉਹਦੇ ਰੰਗ ਦੀ, ਉਹਦੇ ਸਰੂਪ ਦੀ, ਉਹਦੇ ਹੁਕਮ ਦੀ ਕੋਈ ਸੀਮਾ ਹੀ ਨਹੀਂ ਹੈ, ਪਾਰਾਵਾਰ ਹੀ ਨਹੀਂ ਹੈ। ਤੇ ਜਿਹਦੀ ਕੋਈ ਸੀਮਾ ਹੀ ਨਹੀਂ ਹੈ, ਉਹਨੂੰ ਪਕੜਾਂਗੇ ਕਿੱਦਾਂ? ਉਹ ਕਿਸੇ ਦੀ ਬੁੱਧੀ ਦੀ, ਕਿਸੇ ਦੇ ਦਿਮਾਗ ਦੀ, ਕਿਸੇ ਦੀ ਖੋਜ ਦੀ ਪਕੜ ਦੇ ਵਿੱਚ ਕਿੱਦਾਂ ਆਏਗਾ? ਕਦੇ ਵੀ ਨਹੀਂ ਆ ਸਕਦਾ। ਭਾਈ ਵੀਰ ਸਿੰਘ ਜੀ ਕਹਿੰਦੇ, ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਥੱਕੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਾਸਤੇ ਸਰੂਰ ਆਵੇ ਝੁੰਮਾਂ ਹੁਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਨੇ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਵਿਦਵਾਨ ਦੀ ਬੁੱਧੀ ਦੀ ਪਕੜ ਉੱਥੇ ਤੱਕ ਨਹੀਂ ਜਾ ਸਕਦੀ ਹੈ। ਤੇ ਵਿਦਵਾਨ ਜਿਨ੍ਹਾਂ ਦੀ ਉਸ ਥਾਂ ਤੱਕ ਗਮਤਾ ਹੁੰਦੀ ਹੈ, ਜਿਹੜੇ ਉੱਥੇ ਟੁੱਬੀ ਮਾਰ ਕੇ ਦੱਸਦੇ ਹੈ ਕਿ ਕਿਸੇ ਦੀ ਪਕੜ 'ਚ ਕੁਛ ਨਹੀਂ ਹੈ, ਕੋਈ ਜਾਣ ਨਹੀਂ ਸਕਦਾ ਉਹਦੇ ਹੁਕਮ ਨੂੰ, ਕੋਈ ਨਾਪ ਨਹੀਂ ਸਕਦਾ, ਕੋਈ ਤੋਲ ਨਹੀਂ ਸਕਦਾ। ਵਿਦਵਾਨ ਬੰਦੇ ਉਹਨੂੰ ਕਹਿੰਦੇ ਇਹਦਾ ਕਮਲਾ ਹੈ, ਇਹਨੂੰ ਕੀ ਪਤਾ ਹੈ। ਤੇ ਫਿਰ ਉਹ ਰੱਬ ਦਾ ਪਿਆਰਾ ਕਹਿ ਦਿੰਦਾ, ਫਿਰ ਐਂ ਕਰੋ, ਜੇ ਤੁਸੀਂ ਨਾਪ ਸਕਦੇ ਹੋ ਤਾਂ ਫਿਰ ਨਾਪ ਕੇ ਦਿਖਾ ਦਿਓ। ਫਿਰ ਵੱਡਿਆਂ ਵੱਡਿਆਂ ਦੀ ਬੁੱਧੀ ਦੇ ਭਾਈ ਸਾਹਿਬ ਕਹਿੰਦੇ ਖੰਭ ਚੜ ਜਾਂਦੇ ਆ। ਹਾਂਜੀ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਉਹ ਸੰਸਾਰੋ। ਮਹਾਰਾਜ ਜੀ ਕਹਿੰਦੇ ਆ, ਭਾਈ ਇਹ ਸੰਸਾਰ ਆ ਰਿਹਾ ਜਾ ਰਿਹਾ, ਬਾਜੀ ਹੈ, ਚੱਲ ਰਹੀ ਹੈ, ਆਪਦੀ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਸ ਕਰਕੇ ਕਿਸੇ ਨੂੰ ਕੀ ਰੋਈਏ, ਆਪਣਾ ਜੀਵਨ ਸੁਧਾਰੋ, ਬੰਦਗੀ ਕਰੋ, ਸੁਹੇਲੇ ਰਸਤੇ ਦੇ ਰਾਹੀਂ ਵਾਹਿਗੁਰੂ ਦੀ ਦਰਗਾਹ ਤੱਕ ਪਹੁੰਚ ਕੇ
अपना जन्म सफला कर लो। कोई औखा मार्ग नहीं है, जिंदगी च थोड़ा जा समा डेली कढ़ना है, चंगे कर्म करने हैं। जिन्हों ना कोई कानून मन्ने बुरियां कर्मां नूं, ना समाज मन्ने, ना कोई होर मन्ने, ते उन्हां कर्मां तो ही महाराज वरजदे आ। वो कर्म नहीं करने, नाल थोड़ा जा समा अपने आप लिए देना है। जिहड़ा बंदा थोड़ा जा समा अपने आप नूं दिंदा है, मर कहंदे उहदे ते बख्शिश हो जाती है, किरपा हो जाती है। इन्नियां क बेनतियां प्रवान करनियां होइयां भुल्लां दी खिमा महाराज साहब सच्चे पातशाह जी किरपा करन। सतगुरां दी पावन बाणी दा उपदेश है, साडे हिरदे तक जाए, असी कमाईए इस नूं। ये समझण नालों कमाउणा जिहड़ा वो सच्चे पातशाह दे हुक्म नूं ज़्यादा लाजमी है। समझ के तो छड्डिया भी जा सकदा है, पर कमा के झोली भरी जा सकती है। होइयां भुल्लां दी खिमा। वाहिगुरू जी का खालसा, वाहिगुरू जी की फतेह।